ਕੀ ਕਹਿ ਰਹੇ ਹੋ ਕਿ ਅੰਮ੍ਰਿਤਪਾਲ ਕਰਕੇ ਵੀ ਲੋਕੀ ਪੰਜਾਬ ਦੇ ਵਿੱਚ ਇਨਵੈਸਟ ਨਹੀਂ ਕਰਨਾ ਚਾਹ ਰਹੇ? ਖਾਲਿਸ ਮਤਲਬ ਪਿਓਰ ਤੇ ਖਾਲਿਸਤਾਨ ਜੇ ਮੈਂ ਮੰਗ ਰੱਖਦੀ ਆ ਤੇ ਮੈਂ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਰੱਖਦੀ ਆ। ਗਾਲਾਂ ਖਾਣ ਲਈ ਤਿਆਰ ਹੋ ਜਿੱਦਾਂ ਦੇ ਤੁਸੀਂ ਅੱਗੇ ਓਪੀਨੀਅਨਸ ਰੱਖ ਰਹੇ ਹੋ ਆਪਣੀਆਂ? ਥੱਲੇ ਉਹਨੇ ਕਮੈਂਟ ਸੈਕਸ਼ਨ ਭਰ ਦੇਣਾ ਲੋਕਾਂ ਨੇ ਆ ਕੇ। ਤੇ ਉਹ ਕਹਿੰਦੇ ਵੀ ਜੰਗਾਂ ਦੇ ਵਿੱਚ ਵੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਲੈ ਕੇ ਜਾਇਆ ਜਾਂਦਾ। ਮੈਂ ਇਹ ਕਹਿਣਾ ਚਾਹੁੰਦੀ ਜੰਗਾਂ 'ਚ ਲੈ ਕੇ ਜਾਇਆ ਜਾਂਦਾ, ਬਟ ਗੁਰੂ ਗ੍ਰੰਥ ਸਾਹਿਬ ਜੀ ਨੂੰ ਇੱਕ ਜਗ੍ਹਾ ਦੇ ਉੱਤੇ ਪ੍ਰਕਾਸ਼ਿਤ ਕੀਤਾ ਜਾਂਦਾ, ਉਹਨਾਂ ਦੇ ਅੱਗੇ ਮੱਥਾ ਟੇਕਿਆ ਜਾਂਦਾ, ਅਰਦਾਸ ਕੀਤੀ ਜਾਂਦੀ ਹੈ ਸੁੱਚੇ ਬਾਣੇ ਦੇ ਨਾਲ, ਫਿਰ ਜਾ ਕੇ ਜੰਗ ਲੜੀ ਜਾਂਦੀ ਹੈ, ਨਾ ਕਿ ਗੁਰੂ ਗ੍ਰੰਥ ਸਾਹਿਬ ਜੀ ਨੂੰ ਤੋਪ ਅੱਗੇ ਰੱਖ ਦਿੱਤਾ ਜਾਂਦਾ ਆ। ਕੀ ਸਮਝਦੇ ਹੋ ਪੰਜਾਬ ਦੀ ਪੁਲਿਸ ਘਬਰਾਉਂਦੀ ਹੈ, ਡਰਦੀ ਹੈ, ਖੌਫ ਹੈ? ਅੰਮ੍ਰਿਤਪਾਲ ਆਈਟੀ ਸੈੱਲ ਚਲਾਉਂਦੇ, ਉਹਨਾਂ ਦੇ ਆਈਟੀ ਸੈੱਲ ਹੈਗੇ ਆ ਆਫ ਕੋਰਸ। ਫਿਰ ਤੁਸੀਂ ਚਾਚਾ ਬਘੇਲ ਸਿੰਘ ਜੀ ਦੇ ਪਿੰਡ ਜਾ ਕੇ ਉਹਨਾਂ ਨੂੰ ਸਰੋਪੇ ਪਾ ਰਹੇ, ਉਹਨਾਂ ਨੇ ਕੌਮ ਵਾਸਤੇ ਬਹੁਤ ਕੁਝ ਕੀਤਾ। ਕੀ ਕੀਤਾ ਉਹਨਾਂ ਨੇ ਕੌਮ ਵਾਸਤੇ? ਅਮਰੀਕਾ ਬੈਠੇ ਇੱਕ ਪੇਜ ਚਲਾ ਰਹੇ ਨੇ ਜਿਹਦੇ ਵਿੱਚ ਧੀਆਂ ਭੈਣਾਂ ਦੀਆਂ ਗਾਲਾਂ ਕੱਢੀਆਂ ਜਾਂਦੀਆਂ ਨੇ। ਥਾਣੇ ਦੇ ਅੰਦਰ ਬੈਠੇ ਉਹ ਕੁਰਸੀ ਦੇ ਉੱਤੇ, ਬਾਹਰ ਗੁਰੂ ਗ੍ਰੰਥ ਸਾਹਿਬ ਜੀ ਤੁਸੀਂ ਰੱਖੇ ਹੋਏ ਆ। ਤੁਸੀਂ ਆਪਣੀ ਗੱਲ ਤੇ ਝੂਠੇ ਪੈ ਰਹੇ ਹੋ। ਤੁਸੀਂ ਉੱਥੇ ਜਲੰਧਰ ਦੇ ਵਿੱਚ ਕੁਰਸੀਆਂ ਤੋੜ ਰਹੇ ਹੋ ਕਿ ਕੁਰਸੀਆਂ ਦੇ ਉੱਤੇ ਨਹੀਂ ਬਹਿਣਾ। ਕਾਨੂੰਨ ਨੂੰ ਕੋਈ ਹੱਥ ਦੇ ਵਿੱਚ ਨਹੀਂ ਲੈ ਸਕਦਾ, ਉਹਦੇ ਲਈ ਮਾਣਯੋਗ ਕੋਰਟਾਂ ਬਣੀਆਂ ਹੋਈਆਂ ਨੇ। ਪੁਲਿਸ ਨੇ ਕੁਝ ਵੀ ਕੀਤਾ ਹੈਗਾ, ਤੁਸੀਂ ਕੋਰਟਾਂ ਦਾ ਰੁਖ ਕਰ ਸਕਦੇ ਹੋ। ਤੁਹਾਨੂੰ ਲੱਗਦਾ ਹੈ ਕਿ ਲੈਣਾ ਚਾਹੀਦਾ ਸਟੈਪ? ਜਦੋਂ ਇੱਥੇ ਵਾਇਲੈਂਸ ਕ੍ਰੀਏਟ ਹੋਊਗਾ ਐਵੇਂ ਤੇ ਫਿਰ ਕੋਈ ਵੀ ਚੁੱਕ ਕੇ ਮੂੰਹ ਚੁੱਕ ਕੇ ਕੁਝ ਵੀ ਕਰਨਾ ਸ਼ੁਰੂ ਕਰ ਦੂਗਾ। ਲਾਅ ਐਂਡ ਆਰਡਰ ਦੇ ਅਗੇਂਸਟ ਇਹ ਕੋਈ ਤਾਲਿਬਾਨ ਥੋੜਾ ਨਾ ਆ। ਤੁਹਾਨੂੰ ਤਾਲਿਬਾਨ ਦੀ ਫੀਲ ਆ ਰਹੀ ਹੈ? ਬੰਦੀ ਸਿੰਘ ਇੰਨੇ ਸਾਲਾਂ ਤੋਂ ਅੰਦਰ ਬੰਦ ਨੇ, ਜਿਨ੍ਹਾਂ ਦੀਆਂ ਸਜ਼ਾਵਾਂ ਪੂਰੀਆਂ ਹੋ ਚੁੱਕੀਆਂ ਨੇ, ਤੁਸੀਂ ਉਹਨਾਂ ਵਾਸਤੇ ਇੰਨਾ ਵੱਡਾ ਸਟੈਂਡ ਕਿਉਂ ਨਹੀਂ ਲਿਆ? ਤਾਂ ਇਹ ਤੁਹਾਡਾ ਪਰਸਨਲ ਸੀਗਾ, ਇਹਦਾ ਮਤਲਬ ਕਿਤੇ ਨਾ ਕਿਤੇ ਤੁਹਾਡੇ ਉੱਤੇ ਵੀ ਪਰਚੇ ਸੀਗੇ। ਗੁਲਾਮ ਮੰਨਦੇ ਹੋ ਤੁਸੀਂ ਆਪਣੇ ਆਪ ਨੂੰ? ਕਿਉਂਕਿ ਵਾਰ-ਵਾਰ ਇੱਕ ਜ਼ਿਕਰ ਛਿੜਦਾ ਹੈਗਾ ਕਿ ਸਿੱਖ ਗੁਲਾਮ ਨੇ। ਕਿੱਥੇ ਮਹਾਰਾਜਾ ਰਣਜੀਤ ਸਿੰਘ ਜੀ ਦੀ ਸੋਚ ਤੇ ਕਿੱਥੇ ਅੰਮ੍ਰਿਤਪਾਲ ਜੀ ਦੀ ਸੋਚ? ਮੈਨੂੰ ਇਹ ਨਹੀਂ ਸਮਝ ਲੱਗਦੀ। ਇੱਕ ਬੰਨੇ ਤੁਸੀਂ ਕਹਿੰਦੇ ਹੋ ਮੇਰੀ ਪ੍ਰਾਈਵੇਟ ਲਾਈਫ ਆ, ਇੱਕ ਬੰਨੇ ਤੁਸੀਂ ਸਾਡੇ ਸਿੱਖ ਧਰਮ ਦੇ ਆਗੂ ਬਣ ਰਹੇ ਹੋ, ਤੇ ਸਾਡੇ ਗੁਰੂ ਸਾਹਿਬ ਨੇ ਤੇ ਆਪਣੀ ਫੈਮਿਲੀ ਵਾਰ ਦਿੱਤੀ ਸੀਗੀ, ਉਹਨਾਂ ਦੀ ਤੇ ਕੋਈ ਪ੍ਰਾਈਵੇਟ ਲਾਈਫ ਨਹੀਂ ਸੀਗੀ। ਕਿ ਪਹਿਲਾਂ ਸੋਨੀਆ ਮਾਨ ਦੇ ਪਿੱਛੇ ਪੋਲੀਟੀਕਲ ਪਾਰਟੀ ਦੇ ਆਈਟੀ ਸੈੱਲ ਸੀਗੇ ਤੇ ਹੁਣ ਸੋਨੀਆ ਮਾਨ ਦੇ ਪਿੱਛੇ ਅੰਮ੍ਰਿਤਪਾਲ ਦੇ ਆਈਟੀ ਸੈੱਲ। ਕੀ ਲੱਗਦਾ ਤੁਹਾਨੂੰ ਅੰਮ੍ਰਿਤਪਾਲ ਜਿਸ ਤਰੀਕੇ ਦੇ ਨਾਲ ਇੱਕ ਡਾਇਰੈਕਸ਼ਨ ਦੇ ਤਹਿਤ ਚੱਲਦੇ ਪਏ ਆ, ਕੀ ਲੱਗਦਾ ਪੰਜਾਬ ਕਿਹੜੇ ਹੋਰ ਖਮਿਆਜ਼ੇ ਭੁਗਤਣ ਲਈ ਤਿਆਰ ਹੈ? ਵੇਖੋ ਜੀ, ਸੰਤਾਂ ਦੀ ਕੰਪੈਰੀਜ਼ਨ ਨਹੀਂ ਕਰ ਸਕਦੇ ਆਪਾਂ ਉਹਨਾਂ ਦੇ ਨਾਲ। ਮੜੰਗਾ ਜਿਹੜਾ ਲੋਕੀ ਕਹਿੰਦੇ ਪੈਂਦਾ ਆਪਸ ਦੇ ਵਿੱਚ, ਤੁਸੀਂ ਜੇ ਤੁਸੀਂ ਉਹਨਾਂ ਦੀ ਨਕਲ ਕਰੋਗੇ ਤੇ ਤੁਸੀਂ ਉਹਨਾਂ ਵਰਗੇ ਨਹੀਂ ਬਣ ਸਕਦੇ। ਸੋਨੀਆ ਮਾਨ ਦੇ ਲਿਵਿੰਗ ਏਰੀਆ ਦੇ ਟੇਬਲ ਤੇ ਕਿਤਾਬ ਪਈ ਹੋਈ ਹੈ, ਜੀਨ ਸਾਸੂ ਨੇ ਲਿਖੀ ਹੈ, ਔਰ ਲਵ ਇਨ ਦ ਟੌਨ ਲੈਂਡ ਦੇ ਨਾਮ ਦੇ ਨਾਲ ਹੈ ਉਹ ਕਿਤਾਬ। ਉਹਦੇ ਪਹਿਲੇ ਵਰਕੇ ਤੇ ਲਿਖਿਆ ਹੋਇਆ ਹੈ ਕਿ ਮੈਂ ਬਚਪਨ ਦੇ ਵਿੱਚ ਆਪਣੇ ਇਰਦ ਗਿਰਦ ਇੱਕ ਨਫ਼ਰਤ ਦੀ ਦੀਵਾਰ ਬਣਾ ਲਈ ਸੀਗੀ, ਔਰ ਉਹ ਨਫ਼ਰਤ ਦੀ ਦੀਵਾਰ ਮੈਂ ਇਸ ਕਰਕੇ ਬਣਾਈ ਸੀਗੀ ਕਿਉਂਕਿ ਬਚਪਨ ਦੇ ਵਿੱਚ ਮੈਨੂੰ ਤਸੀਹੇ ਤੇ ਬੇਇੱਜ਼ਤੀ ਮੇਰੀ ਹੁੰਦੀ ਰਹਿੰਦੀ ਸੀਗੀ, ਔਰ ਉਹਦੇ ਪੱਥਰ ਜੋ ਮੈਂ ਇਕੱਠੇ ਕੀਤੇ ਉਹਦੇ ਨਾਲ ਇੱਕ ਨਫ਼ਰਤ ਦੀ ਦੀਵਾਰ ਤਿਆਰ ਕੀਤੀ। ਅਗਿਆ ਲਿਖਦੇ ਨੇ ਕਿ ਖੂਹ ਦਾ ਜਿਹੜਾ ਡੱਡੂ ਹੁੰਦਾ ਉਹ ਖੂਹ ਦੇ ਵਿੱਚ ਛਾਲਾਂ ਮਾਰ ਕੇ ਆਪਣੇ ਆਪ ਨੂੰ ਕ੍ਰਾਂਤੀਕਾਰੀ ਰੈਵੋਲਿਊਸ਼ਨਰੀ ਮੰਨਦਾ। ਬੀਤੇ ਦਿਨੀ ਪੰਜਾਬ ਦੀਆਂ ਕੁਝ ਘਟਨਾਵਾਂ ਨੇ ਪੰਜਾਬ ਨੂੰ ਨੈਸ਼ਨਲ ਲੈਵਲ ਤੇ ਬਦਨਾਮੀ ਦਵਾਈ ਹੈ। ਸੋਨੀਆ ਮਾਨ ਮੇਰੇ ਨਾਲ ਨੇ, ਗੱਲਬਾਤ ਕਰਦੇ ਹਾਂ। ਮਾਨ, ਬਹੁਤ ਬਹੁਤ ਧੰਨਵਾਦ ਵਕਤ ਦੇਣ ਦੇ ਲਈ। ਸਤਿ ਸ਼੍ਰੀ ਅਕਾਲ ਜੀ। ਵੈਸੇ ਤਾਂ ਹਾਈਪੋਥੈਟੀਕਲ ਕੁਐਸਚਨ ਹੈ ਪਹਿਲਾ ਸਵਾਲ ਮੇਰਾ, ਜੋ ਕਿ ਕਦੀ ਹੋ ਨਹੀਂ ਸਕਦਾ, ਨਾ ਹੀ ਕਦੀ ਹੋਏਗਾ, ਔਰ ਇਹਦੇ ਪਿੱਛੇ ਜੋ ਵੀ ਤਾਕਤਾਂ ਲੱਗੀਆਂ ਹੋਈਆਂ ਨੇ ਉਹਨਾਂ ਨੂੰ ਮੂੰਹ ਤੋੜਵਾਂ ਜਵਾਬ ਮਿਲੇਗਾ। ਲੇਕਿਨ ਜੇ ਮੈਂ ਤੁਹਾਡੇ ਕੋਲੋਂ ਪੁੱਛਾਂ ਕਿ ਖਾਲਿਸਤਾਨ ਜੇ ਬਣ ਜਾਵੇ ਤੇ ਬੀਇੰਗ ਅ ਲੇਡੀ ਤੁਸੀਂ ਆਪਣੇ ਆਪ ਨੂੰ ਉਸ ਜਗ੍ਹਾ ਦੇ ਵਿੱਚ ਕਿਵੇਂ ਦੇਖਦੇ ਹੋ, ਔਰ ਕੀ ਸਮਝਦੇ ਹੋ ਕਿ ਤੁਹਾਡੀ ਆਜ਼ਾਦੀ ਕਿੰਨੀ ਕੁ ਰਹੇਗੀ? ਵੇਖੋ ਜੀ, ਮੈਂ ਖਾਲਿਸਤਾਨ ਨੂੰ ਮੰਨਦੀ ਹਾਂ ਜਦੋਂ ਮਹਾਰਾਜਾ ਰਣਜੀਤ ਸਿੰਘ ਜੀ ਦਾ ਰਾਜ ਸੀਗਾ, ਜਦੋਂ ਕੋਈ ਵੀ ਭੁੱਖਾ ਨਹੀਂ ਸੌਂਦਾ ਸੀਗਾ, ਔਰ ਉਹਦੇ ਵਿੱਚ ਕੋਈ ਕੱਟੜਤਾ ਨਹੀਂ ਸੀਗੀ, ਸਾਰਿਆਂ ਨੂੰ ਇਕੁਅਲੀ ਟਰੀਟ ਕੀਤਾ ਜਾਂਦਾ ਸੀਗਾ, ਐਜੂਕੇਸ਼ਨ ਨੂੰ ਮਹੱਤਵਤਾ ਦਿੱਤੀ ਜਾਂਦੀ ਸੀਗੀ। ਜਿੰਨਾ ਕੁ ਮੈਂ ਉਹਨਾਂ ਬਾਰੇ ਸੁਣਿਆ ਆ ਤੇ ਪੜ੍ਹਿਆ ਆ,
ਉਹ ਹਮੇਸ਼ਾ ਕਹਿੰਦੇ ਸੀਗੇ ਕਿ ਜੇ ਕੋਈ ਗੁਰਦੁਆਰਾ ਮਸਜਿਦ ਦੀ ਨੀਂਹ ਰੱਖਣੀ ਹੈ ਉਸ ਤੋਂ ਪਹਿਲਾਂ ਇੱਕ ਜਿਹੜੀ ਸਕੂਲ ਦੀ ਨੀਂਹ ਪਹਿਲੋਂ ਰੱਖੀ ਜਾਣੀ ਚਾਹੀਦੀ ਹੈ। ਉਹ ਐਜੂਕੇਸ਼ਨ ਨੂੰ ਇੰਨੀ ਜ਼ਿਆਦਾ ਪ੍ਰੈਫਰੈਂਸ ਦਿੰਦੇ ਸੀਗੇ। ਸੋ ਆਪਣੀ ਅੱਜ ਦੇ ਸਮਾਜ ਦੇ ਵਿੱਚ ਜੇ ਆਪਾਂ ਗੱਲ ਕਰੀਏ ਤਾਂ ਐਜੂਕੇਸ਼ਨ ਦੀ ਬਹੁਤ ਕਮੀ ਆ। ਅਸੀਂ ਤੱਤਾਂ ਤੋਂ ਬਿਨਾਂ ਉੱਠ ਕੇ ਲੜਾਈ ਕਰਨਾ ਸ਼ੁਰੂ ਕਰ ਦਿੰਦੇ ਹਾਂ ਔਰ ਅਸੀਂ ਆਪਣੇ ਪਿਛੋਕੜ ਨੂੰ ਨਹੀਂ ਜਾਣਦੇ। ਅੰਗਰੇਜ਼ਾਂ ਨੂੰ ਵੀ ਬਹੁਤ ਟਾਈਮ ਲੱਗਾ ਸੀਗਾ ਸਾਡੇ ਇੱਥੋਂ ਲੋਕ ਐਜੂਕੇਸ਼ਨ ਉਹਨਾਂ ਮਤਲਬ ਸਭ ਕੁਝ ਖਤਮ ਕਰਨ ਵਾਸਤੇ, ਕਿਉਂਕਿ ਉਹਨਾਂ ਨੂੰ ਇਹ ਲੱਗਦਾ ਸੀਗਾ ਕਿ ਇੱਥੇ ਲੋਕੀ ਐਜੂਕੇਟਿਡ ਬਹੁਤ ਆ। ਅਸੀਂ ਜਿਵੇਂ ਜਾਣਦੇ ਹਾਂ ਕਿ ਸਾਡੇ ਜਿਹੜੇ ਬਜ਼ੁਰਗ ਸੀਗੇ ਪਹਿਲੋਂ ਉਹ ਕਿੰਨੀਆਂ ਲੈਂਗੁਏਜਸ ਜਾਣਦੇ ਸੀਗੇ। ਉਰਦੂ ਲੈਂਗੁਏਜ ਹੋ ਗਈ, ਮਤਲਬ ਅੱਜ ਦੇ ਸਾਨੂੰ ਫਾਰਸੀ ਵੀ ਮੇਰੇ ਦਾਦਾ ਜੀ ਵੀ ਜਾਣਦੇ ਸੀਗੇ ਜਿੱਥੋਂ ਤੱਕ ਮੈਨੂੰ ਪਤਾ ਹੈ। ਸ਼ਾਇਦ ਉਹ ਲਾਹੌਰ ਯੂਨੀਵਰਸਿਟੀ ਦੇ ਵਿੱਚ ਪੜ੍ਹੇ ਹੋਏ ਸੀਗੇ ਔਰ ਪਾਰਟੀਸ਼ਨ ਦੀਆਂ ਪਹਿਲੋਂ ਦੀਆਂ ਗੱਲਾਂ ਨੇ। ਉਦੋਂ ਲੋਕੀ ਜ਼ਿਆਦਾ ਐਜੂਕੇਸ਼ਨ ਨੂੰ ਵੀ ਮਹੱਤਵਤਾ ਦਿੰਦੇ ਸੀਗੇ। ਅਤੇ ਮੈਨੂੰ ਲੱਗਦਾ ਹੈ ਵੀ ਖਾਲਿਸ ਮਤਲਬ ਪਿਓਰ ਅਤੇ ਖਾਲਿਸਤਾਨ ਜੇ ਮੈਂ ਮੰਗ ਰੱਖਦੀ ਹਾਂ ਤਾਂ ਮੈਂ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਰੱਖਦੀ ਹਾਂ। ਇਹਦਾ ਕੀ ਅਰਥ ਕੱਢਿਆ ਜਾਵੇ ਕਿ ਇੱਕ ਤਾਂ ਖਾਲਸਾ ਰਾਜ ਦੀ ਤੁਸੀਂ ਗੱਲ ਕਰਦੇ ਹੋ ਔਰ ਤੁਸੀਂ ਕਹਿੰਦੇ ਹੋ ਕਿ ਜੇ ਮੈਂ ਮੰਗ ਰੱਖਾਂਗੀ ਤਾਂ ਮੈਂ ਉਸ ਖਾਲਸਾ ਰਾਜ ਦੀ ਮੰਗ ਰੱਖਾਂਗੀ, ਔਰ ਇੱਕ ਖਾਲਿਸਤਾਨ ਦੀ ਗੱਲ ਅੰਮ੍ਰਿਤਪਾਲ ਹੋਰੀ ਵੀ ਕਰਦੇ ਪਏ ਆ। ਉਹਦੇ 'ਚ ਅਤੇ ਇਹਦੇ 'ਚ ਫ਼ਰਕ ਕੀ ਹੈਗਾ? ਔਰ ਜੋ ਇਸ ਵਕਤ ਅੰਮ੍ਰਿਤਪਾਲ ਹੋਰੀ ਖਾਲਿਸਤਾਨ ਦੀ ਮੰਗ ਅੱਗੇ ਰੱਖ ਕੇ ਚੱਲਦੇ ਪਏ ਆ, ਮੈਂ ਪਹਿਲਾਂ ਵੀ ਕਿਹਾ ਕਿ ਇਹ ਚੀਜ਼ਾਂ ਮੁਮਕਿਨ ਨਹੀਂ ਹੈਗੀਆਂ, ਲੇਕਿਨ ਜੇ ਹੋ ਜਾਵੇ ਤਾਂ ਸੋਨੀਆ ਮਾਨ ਆਪਣੇ ਆਪ ਨੂੰ ਕਿੱਥੇ ਦੇਖਦੀ ਹੈ ਉਸ ਖਾਲਿਸਤਾਨ ਦੇ ਵਿੱਚ, ਬੀਇੰਗ ਅ ਲੇਡੀ, ਬੀਇੰਗ ਅ ਔਰਤ? ਵੇਖੋ ਜੀ, ਉਹ ਜ਼ਮੀਨ ਆਸਮਾਨ ਦਾ ਫ਼ਰਕ ਹੈ। ਕਿੱਥੇ ਮਹਾਰਾਜਾ ਰਣਜੀਤ ਸਿੰਘ ਜੀ ਦੀ ਸੋਚ ਅਤੇ ਕਿੱਥੇ ਅੰਮ੍ਰਿਤਪਾਲ ਜੀ ਦੀ ਸੋਚ, ਜਿਹੜੀ ਸਾਨੂੰ ਦਰਸਾਉਂਦੀ ਹੈ ਪਿੱਛੇ ਅਜਨਾਲੇ ਦੇ ਵਿੱਚ ਜੋ ਹੋਇਆ ਔਰ ਜੋ ਕਿ ਬਿਲਕੁਲ ਗਲਤ ਹੋਇਆ। ਜੇ ਇਸ ਘਟਨਾਕ੍ਰਮ ਨੂੰ ਅਸੀਂ ਡੀਪਲੀ ਦੇਖੀਏ ਅਤੇ ਗੱਲ ਕਿੱਥੋਂ ਸ਼ੁਰੂ ਹੁੰਦੀ ਹੈ, ਕਿਉਂ ਹੋਇਆ ਇਹ ਸਾਰਾ ਕੁਛ, ਅਤੇ ਅਸੀਂ ਇਹ ਗੱਲ ਨੂੰ ਵੇਖ ਸਕਦੇ ਹਾਂ ਕਿ ਇੱਕ ਇਨਸਾਨ ਜਿਹਨੂੰ ਅੰਮ੍ਰਿਤਪਾਲ ਜੀ ਕਹਿੰਦੇ ਨੇ ਕਿ ਉਹ ਪਾਗਲ ਨੇ, ਅਤੇ ਉਹ ਪਾਗਲ ਇਨਸਾਨ ਜਿਨ੍ਹਾਂ ਨੇ ਅੰਮ੍ਰਿਤ ਛਕਿਆ ਹੋਇਆ ਆ। ਅਤੇ ਮੈਨੂੰ ਲੱਗਦਾ ਹੈ ਵੀ ਆਪਣੇ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਕਿਤੇ ਨਹੀਂ ਲਿਖਿਆ ਵੀ ਜੇ ਕਿਸੇ ਇਨਸਾਨ ਨੇ ਜਿਹਨੇ ਅੰਮ੍ਰਿਤ ਛਕਿਆ ਆ ਉਹਦੀ ਕੁੱਟਮਾਰ ਕਰਕੇ ਉਹਦੇ ਕਕਾਰਾਂ ਦੀ ਬੇਅਦਬੀ ਕੀਤੀ ਜਾਵੇ, ਜੇ ਉਹ ਪਾਗਲ ਵੀ ਆ ਤੇ ਮੈਂ ਮੰਨਦੀ ਹਾਂ, ਇਹ ਕਿਤੇ ਨਹੀਂ ਲਿਖਿਆ। ਸੋ ਮੈਨੂੰ ਲੱਗਦਾ ਨਹੀਂ ਹੈ ਵੀ ਇਹ ਸਹੀ ਪਾਠ ਆ ਜਿਹੜਾ ਉਹ ਸਾਡੀ ਲੋਕਾਂ ਨੂੰ ਪੜ੍ਹਾ ਰਹੇ ਨੇ। ਔਰ ਦੂਜੀ ਗੱਲ, ਉਹ ਕਹਿੰਦੇ ਨੇ ਕਿ ਜਦੋਂ ਉਹਨਾਂ 'ਤੇ ਕੁਐਸਚਨ ਚੱਕਿਆ ਗਿਆ ਵੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਉੱਥੇ ਤੁਸੀਂ ਓਟ ਆਸਰਾ ਲੈ ਕੇ ਉੱਥੇ ਲੈ ਕੇ ਗਏ ਸੀਗੇ, ਅਤੇ ਉਹ ਕਹਿੰਦੇ ਵੀ ਜੰਗਾਂ ਦੇ ਵਿੱਚ ਵੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਲੈ ਕੇ ਜਾਇਆ ਜਾਂਦਾ। ਮੈਂ ਇਹ ਕਹਿਣਾ ਚਾਹੁੰਦੀ, ਜੰਗਾਂ 'ਚ ਲੈ ਕੇ ਜਾਇਆ ਜਾਂਦਾ, ਬਟ ਗੁਰੂ ਗ੍ਰੰਥ ਸਾਹਿਬ ਜੀ ਨੂੰ ਇੱਕ ਜਗ੍ਹਾ ਦੇ ਉੱਤੇ ਪ੍ਰਕਾਸ਼ਿਤ ਕੀਤਾ ਜਾਂਦਾ, ਉਹਨਾਂ ਦੇ ਅੱਗੇ ਮੱਥਾ ਟੇਕਿਆ ਜਾਂਦਾ, ਅਰਦਾਸ ਕੀਤੀ ਜਾਂਦੀ ਹੈ ਸੁੱਚੇ ਬਾਣੇ ਦੇ ਨਾਲ, ਫਿਰ ਜਾ ਕੇ ਜੰਗ ਲੜੀ ਜਾਂਦੀ ਹੈ, ਨਾ ਕਿ ਗੁਰੂ ਗ੍ਰੰਥ ਸਾਹਿਬ ਜੀ ਨੂੰ ਤੋਪ ਅੱਗੇ ਰੱਖ ਦਿੱਤਾ ਜਾਂਦਾ ਆ। ਠੀਕ ਹੈ। ਔਰ ਇੱਕ ਤੁਸੀਂ ਥਾਣੇ ਦੇ ਅੰਦਰ ਬੈਠੇ ਹੋ ਕੁਰਸੀ ਦੇ ਉੱਤੇ, ਬਾਹਰ ਗੁਰੂ ਗ੍ਰੰਥ ਸਾਹਿਬ ਜੀ ਤੁਸੀਂ ਰੱਖੇ ਹੋਏ ਆ, ਤੁਸੀਂ ਆਪਣੀ ਗੱਲ 'ਤੇ ਝੂਠੇ ਪੈ ਰਹੇ ਹੋ। ਤੁਸੀਂ ਉੱਥੇ ਜਲੰਧਰ ਦੇ ਵਿੱਚ ਕੁਰਸੀਆਂ ਤੋੜ ਰਹੇ ਹੋ ਕਿ ਕੁਰਸੀਆਂ ਦੇ ਉੱਤੇ ਨਹੀਂ ਬਹਿਣਾ, ਰਾਈਟ? ਆਪਣੇ ਧਰਮ ਦੇ ਵਿੱਚ ਕੱਟੜਤਾ ਕਿੱਥੇ, ਇੰਨੀ ਜ਼ਿਆਦਾ ਕੱਟੜਤਾ ਕਿਵੇਂ ਆ ਗਈ, ਮੈਨੂੰ ਇਹ ਨਹੀਂ ਸਮਝ ਲੱਗਦੀ। ਇੱਕ ਬੰਨੇ ਤੁਸੀਂ ਕਹਿੰਦੇ ਹੋ ਮੇਰੀ ਪ੍ਰਾਈਵੇਟ ਲਾਈਫ ਆ, ਅਸੀਂ ਮੰਨਦੇ ਹਾਂ ਤੁਹਾਡੀ ਪ੍ਰਾਈਵੇਟ ਲਾਈਫ ਆ, ਹੋਣੀ ਵੀ ਚਾਹੀਦੀ ਆ, ਹਰ ਇੱਕ ਇਨਸਾਨ ਦੀ ਪ੍ਰਾਈਵੇਟ ਲਾਈਫ ਹੋਣੀ ਚਾਹੀਦੀ ਆ। ਇੱਕ ਬੰਨੇ ਤੁਸੀਂ ਸਾਡੇ ਸਿੱਖ ਧਰਮ ਦੇ ਆਗੂ ਬਣ ਰਹੇ ਹੋ, ਅਤੇ ਸਾਡੇ ਗੁਰੂ ਸਾਹਿਬ ਨੇ ਤਾਂ ਆਪਣੀ ਫੈਮਿਲੀ ਵਾਰ ਦਿੱਤੀ ਸੀਗੀ, ਉਹਨਾਂ ਦੀ ਤਾਂ ਕੋਈ ਪ੍ਰਾਈਵੇਟ ਲਾਈਫ ਨਹੀਂ ਸੀਗੀ। ਗੁਰੂ ਗੋਬਿੰਦ ਸਿੰਘ ਜੀ ਨੇ ਆਪਣੇ 4 ਸਾਹਿਬਜ਼ਾਦਿਆਂ ਨੂੰ ਵਾਰ ਦਿੱਤਾ ਸੀਗਾ। ਜਦੋਂ ਉਹਨਾਂ ਨੂੰ ਕਿਹਾ ਗਿਆ ਸੀਗਾ ਕਿ ਗੁਰੂ ਸਾਹਿਬ ਤੁਸੀਂ ਆਪਣੇ ਸਾਹਿਬਜ਼ਾਦਿਆਂ ਨੂੰ ਨਾ ਭੇਜੋ, ਉਹਨਾਂ ਨੇ ਕਿਹਾ ਸੀ ਮੇਰੇ ਵਾਸਤੇ ਸਾਰੇ ਹੀ ਸਾਹਿਬਜ਼ਾਦੇ ਆ, ਸਾਰੇ ਹੀ ਮੇਰੇ ਨੇ, ਅਤੇ ਉੱਥੇ ਪ੍ਰਾਈਵੇਟ ਲਾਈਫ ਨਹੀਂ ਨਾ ਰਹਿ ਜਾਂਦੀ। ਫਿਰ ਤੁਸੀਂ ਪ੍ਰਾਈਵੇਟ ਲਾਈਫ ਦਾ ਹਵਾਲਾ ਨਹੀਂ ਪਾ ਸਕਦੇ ਜੇ ਤੁਸੀਂ ਗੁਰੂ ਸਾਹਿਬ ਦੇ ਪੂਰਨਿਆਂ ਦੇ ਉੱਤੇ ਚੱਲ ਰਹੇ ਹੋ। ਇਹ ਕੋਈ ਕੱਟੜਤਾ। ਔਰ ਆਪਾਂ ਅੱਜ ਦੇਖ ਰਹੇ ਹਾਂ ਦੁਬਈ ਵਰਗੀਆਂ ਕੰਟਰੀਜ਼ ਦੇ ਵਿੱਚ ਗੁਰਦੁਆਰਾ ਸਾਹਿਬ ਬਣੇ ਨੇ ਜਿੱਥੇ ਇੰਨੀ ਕੱਟੜਤਾ ਸੀਗੀ, ਉੱਥੇ ਉਹ ਸੋਚਦੇ ਨੇ ਵੀ ਉੱਥੇ ਲੋਕੀ ਰਹਿ ਰਹੇ ਨੇ, ਸਾਡੇ ਸਿੱਖ ਸਾਰੇ ਧਰਮਾਂ ਦੇ ਲੋਕੀ ਰਹਿ ਰਹੇ ਨੇ, ਅਤੇ ਅਸੀਂ ਉਹਨਾਂ ਦੀ ਰਿਸਪੈਕਟ ਕਰਦੇ ਹੋਏ ਉਹਨਾਂ ਨੇ ਗੁਰਦੁਆਰੇ ਬਣਾਏ, ਉਹਨਾਂ ਨੇ ਉੱਥੇ ਮਸਜਿਦ, ਉਹਨਾਂ ਨੇ ਉਹ ਮੰਦਿਰ ਬਣਾਏ। ਹੁਣ ਜਾ ਕੇ ਪਿੱਛੇ ਜੇ ਮੰਦਿਰ ਬਾਅਦ 'ਚੋਂ ਬਣਿਆ, ਗੁਰਦੁਆਰਾ ਉਸ ਤੋਂ ਪਹਿਲਾਂ ਬਣਿਆ ਸੀਗਾ। ਜੇ ਉਹ ਆਪਣੀ ਕੱਟੜਤਾ ਤੋਂ ਪਿੱਛੇ ਹਟ ਕੇ ਇੱਕ ਡਿਵੈਲਪਮੈਂਟ ਵੱਲ ਜਾ ਰਹੇ ਨੇ, ਅੱਜ ਕਿੰਨੀ ਡਿਵੈਲਪਮੈਂਟ ਆ ਦੁਬਈ ਦੇ ਵਿੱਚ, ਅਤੇ ਆਪਾਂ ਸਾਡੇ ਪੰਜਾਬ ਦੇ ਵਿੱਚ ਅੱਜ ਕੋਈ ਵੀ ਵੱਡੀ ਕੰਪਨੀ ਇਨਵੈਸਟ ਕਰਨ ਤੋਂ ਡਰਦੀ ਆ। ਤੁਸੀਂ ਕਹਿ ਰਹੇ ਹੋ ਕਿ ਪੰਜਾਬ ਦੇ ਵਿੱਚ ਕੋਈ ਚੰਗੀ ਕੰਪਨੀ ਇਨਵੈਸਟ ਨਹੀਂ ਕਰਨਾ ਚਾਹ ਰਹੀ। ਇਹ ਇੱਕ ਡਿਬੇਟ ਉਦੋਂ ਵੀ ਛਿੜੀ ਸੀਗੀ ਜਦੋਂ ਪੰਜਾਬ ਦੇ ਵਿੱਚ ਗੈਂਗਸਟਰਾਂ ਦਾ ਜੋ ਚਰਚਾ ਛਿੜੀ ਸੀਗੀ, ਉਸ ਤੋਂ ਬਾਅਦ ਹੁਣ ਤੁਸੀਂ ਕੀ ਕਹਿ ਰਹੇ ਹੋ ਕਿ ਅੰਮ੍ਰਿਤਪਾਲ ਕਰਕੇ ਵੀ ਲੋਕੀ ਪੰਜਾਬ ਦੇ ਵਿੱਚ ਇਨਵੈਸਟ ਨਹੀਂ ਕਰਨਾ ਚਾਹ ਰਹੇ? ਵੇਖੋ ਜੀ, ਜੋ ਮਾਹੌਲ ਕ੍ਰੀਏਟ ਕੀਤਾ ਜਾ ਰਿਹਾ ਆ,
ਜੋ ਇਸ ਟਾਈਮ ਪੰਜਾਬ ਦਾ ਮਾਹੌਲ ਹੈ ਉਹ ਬਹੁਤ ਲੋਕੀ ਡਰੇ ਹੋਏ ਨੇ। ਹੁਣ ਮੇਰੇ ਨਾਨਕੇ ਯੂਪੀ ਨੇ, ਮੇਰੀ ਕਜ਼ਨਸ ਇੱਥੇ ਆਏ ਸੀਗੇ ਤੇ ਉਹ ਕਹਿੰਦੇ ਨਹੀਂ ਨਹੀਂ ਜੀ ਪੰਜਾਬ ਸੇਫ ਨਹੀਂ ਹੈ। ਮਤਲਬ ਅਸੀਂ ਖੁਦ ਸੁਣ ਕੇ ਉਹਨਾਂ ਦੇ ਮੂੰਹ 'ਚੋਂ ਹੈਰਾਨ ਸੀਗੇ ਕਿ ਪੰਜਾਬ ਸੇਫ ਕਿਉਂ ਨਹੀਂ ਆ। ਐਂਡ ਉਹ ਕਹਿੰਦੇ ਸਾਡੇ ਟੀਵੀ ਤੇ ਹਮੇਸ਼ਾ ਹੀ ਦਿਖਾਇਆ ਜਾਂਦਾ, ਜਿਵੇਂ ਨੈਸ਼ਨਲ ਮੀਡੀਆ ਹਾਈਲਾਈਟ ਕਰਦੀ ਹੈ ਕਿ ਪੰਜਾਬ ਦੇ ਵਿੱਚ ਜੀ ਇਹ ਹੋ ਰਿਹਾ ਹੈ, ਪੰਜਾਬ ਮੇਂ ਦੇਖੋ ਜੀ ਖਾਲਿਸਤਾਨੀਆਂ ਨੇ ਠਾਣੇ ਕੋ ਘੇਰ ਲਿਆ, ਮਤਲਬ ਇਹ ਸਾਰੀਆਂ ਚੀਜ਼ਾਂ ਹਾਈਲਾਈਟ ਕੀਤੀਆਂ ਜਾ ਰਹੀਆਂ ਨੇ। ਇੱਕ ਪੰਜਾਬ ਦਾ ਮਾਹੌਲ ਖ਼ਰਾਬ ਕੀਤਾ ਜਾ ਰਿਹਾ। ਮੈਨੂੰ ਲੱਗਦਾ ਹੈ ਕਿ ਪੰਜਾਬ ਦੇ ਮਾਹੌਲ ਨੂੰ ਖ਼ਰਾਬ ਨਹੀਂ ਕਰਨਾ ਚਾਹੀਦਾ। ਸਾਡੇ ਲੋਕਾਂ ਨੂੰ ਸਮਝਣ ਦੀ ਲੋੜ ਹੈ ਇਹ ਸਾਰਾ ਕੁਛ, ਇਹ ਤੱਤਾਂ ਦੇ ਆਧਾਰ ਦੇ ਉੱਤੇ ਗੱਲ ਕਰਨ ਦੀ ਲੋੜ ਹੈ। ਬਾਕੀ ਤੇ ਸਾਡੀ ਪੰਜਾਬ ਦੀ ਜਨਤਾ ਨੇ ਪਿਛਲੇ ਦਿਨਾਂ 'ਚ ਜਾਣ ਵੀ ਲਿਆ, ਬੋਲ ਵੀ ਲਿਆ, ਦੇਖ ਵੀ ਲਿਆ ਸਾਰਾ ਕੁਛ। ਅਸੀਂ ਬਹੁਤ ਇਮੋਸ਼ਨਲ ਆਪਣੇ ਧਰਮ ਪੱਖ ਨੂੰ ਲੈ ਕੇ। ਮੈਂ ਮੰਨਦੀ ਹਾਂ ਵੀ ਉਹ ਨਸ਼ਾ ਛੁਡਾਉਣ ਦਾ ਕੰਮ ਬਹੁਤ ਵਧੀਆ ਕਰ ਰਹੇ ਨੇ, ਅੰਮ੍ਰਿਤ ਛਕਾਉਣ ਦਾ ਕੰਮ ਬਹੁਤ ਵਧੀਆ ਕਰ ਰਹੇ ਨੇ, ਬਟ ਮੈਂ ਇੱਕ ਗੱਲ ਉਹਨਾਂ ਨੂੰ ਪੁੱਛਣਾ ਚਾਹੁੰਦੀ ਹਾਂ ਵੀ ਤੁਸੀਂ ਕਹਿ ਰਹੇ ਹੋ ਉਹ ਬੰਦਾ ਪਾਗਲ ਹੈ ਜਿਹਨੇ ਤੁਹਾਡੇ ਤੇ ਪਰਚਾ ਕਰ ਦਿੱਤਾ। ਭਾਈ ਸਾਹਿਬ ਤੁਹਾਡੇ ਉੱਤੇ ਪਰਚਾ ਕਰ ਦਿੱਤਾ, ਉਹ ਪਾਗਲ ਸੀਗਾ, ਤੁਸੀਂ ਉਹਨੂੰ ਕੁੱਟਮਾਰ ਕਰਵਾਈ। ਤੁਸੀਂ ਇੱਕ ਬੰਨੇ ਕਹਿੰਦੇ ਹੋ ਕਿ ਡੈਮੋਕ੍ਰੇਟਿਵ ਕੰਟਰੀ ਆ, ਡੈਮੋਕ੍ਰੇਟਿਵ ਕੰਟਰੀ 'ਚ ਫਰੀडम ਆਫ ਸਪੀਚ ਸਾਰਿਆਂ ਦੀ ਆ, ਹਰ ਕੋਈ ਬੋਲ ਸਕਦਾ ਆ। ਇੱਕ ਬੰਨੇ ਤੁਸੀਂ ਕਹਿੰਦੇ ਸਾਨੂੰ ਕੋਈ ਫਰਕ ਨਹੀਂ ਪੈਂਦਾ ਕੋਈ ਵੀ ਬੋਲਦਾ ਹੈ, ਤੇ ਇੱਕ ਬੰਨੇ ਤੁਸੀਂ ਇੱਕ ਬੰਦੇ ਦੀ ਕੁੱਟਮਾਰ ਕਰ ਦਿੰਦੇ ਹੋ। ਅੱਛਾ 3 ਦਿਨ ਹੋ ਗਏ ਸੀਗੇ ਤੁਹਾਡਾ ਬੰਦਾ ਅੰਦਰ ਸੀਗਾ ਤੇ ਤੁਹਾਨੂੰ ਇੰਨੀ ਜ਼ਿਆਦਾ ਤਕਲੀਫ ਹੋਈ। ਮੈਂ ਤੁਹਾਡੇ ਤੋਂ ਪੁੱਛਣਾ ਚਾਹੁੰਦੀ ਹਾਂ, ਜਿਹੜਾ ਬੰਦਾ ਸੰਦੀਪ ਜਿਹਨੇ ਪਿੱਛੇ ਸੂਰੀ ਨੂੰ ਮਾਰਿਆ ਸੀਗਾ, ਬਹੁਤ ਵਧੀਆ ਕੰਮ ਕੀਤਾ ਸੀਗਾ, ਚਲੋ ਕਿਸੇ ਦੀ ਹੱਤਿਆ ਨਹੀਂ ਕਰਨੀ ਚਾਹੀਦੀ ਬਟ ਉਹ ਇਸੇ ਲਾਇਕ ਸੀਗਾ, ਉਹਨੂੰ ਮਾਰਨਾ ਚਾਹੀਦਾ ਸੀਗਾ। ਤੁਸੀਂ ਉਹਦੇ ਵਾਸਤੇ ਕੀ ਕੀਤਾ? ਉਹ ਵਿਚਾਰੇ ਦੀ ਦੁਕਾਨ ਸਾੜ ਦਿੱਤੀ ਗਈ, ਉਹਦੀ ਫੈਮਿਲੀ ਆ ਸਫਰ ਕਰ ਰਹੀ ਆ, ਪਰ ਉਹ ਇੱਕ ਫਿਰ ਵੀ ਇੱਕ ਪ੍ਰਾਊਡ ਮੂਮੈਂਟ 'ਚ ਆ ਕਿ ਉਹਨਾਂ ਨੇ ਇੱਕ ਚੰਗਾ ਕੰਮ ਕੀਤਾ। ਉਹ ਬੰਦੇ ਨੇ ਵੀ ਤੁਹਾਡੀਆਂ ਸਪੀਚਸ ਸੁਣ ਕੇ ਇੰਕਰੇਜ ਹੋ ਕੇ ਉਹ ਕੰਮ ਕੀਤਾ ਸੀਗਾ ਨਾ, ਤੇ ਫਿਰ ਤੁਸੀਂ ਉਹਦੇ ਪਿੱਛੇ ਕਿਉਂ ਨਹੀਂ ਸਟੈਂਡ ਲਿਆ? ਤੁਸੀਂ ਉਹਦੇ ਪਿੱਛੇ ਕਿਉਂ ਨਹੀਂ ਜਿਹੜਾ ਧਰਨਾ ਕੀਤਾ ਤੇ ਮੁਜ਼ਾਹਰਾ ਕੀਤਾ? ਤੇ ਨਾਲੇ ਜਿਹੜੇ ਬੰਦੀ ਸਿੰਘ ਇੰਨੇ ਸਾਲਾਂ ਤੋਂ ਅੰਦਰ ਬੰਦ ਨੇ, ਜਿਨ੍ਹਾਂ ਦੀਆਂ ਸਜ਼ਾਵਾਂ ਪੂਰੀਆਂ ਹੋ ਚੁੱਕੀਆਂ ਨੇ, ਤੁਸੀਂ ਉਹਨਾਂ ਵਾਸਤੇ ਇੰਨਾ ਵੱਡਾ ਸਟੈਂਡ ਕਿਉਂ ਨਹੀਂ ਲਿਆ? ਤੁਸੀਂ ਆਉਂਦੇ ਹੋ ਧਰਨੇ ਤੇ, ਖਾਲਿਸਤਾਨ ਦੇ ਨਾਅਰੇ ਲਾ ਕੇ ਚਲ ਜਾਂਦੇ ਹੋ। ਕਿਹੜੇ ਧਰਨੇ? ਮੋਰਚੇ ਤੇ? ਬੰਦੀ ਸਿੰਘਾਂ ਦੇ ਮੋਰਚਿਆਂ ਦੀ ਗੱਲ ਕਰ? ਬੰਦੀ ਸਿੰਘ ਦੇ ਮੋਰਚੇ ਤੇ ਤੁਸੀਂ ਆਉਂਦੇ ਹੋ, ਖਾਲਿਸਤਾਨ ਦੇ ਨਾਅਰੇ ਲਾ ਕੇ ਚਲ ਜਾਂਦੇ ਹੋ। ਕੀ ਕੀਤਾ ਤੁਸੀਂ ਉਹਨਾਂ ਵਾਸਤੇ? ਉਹਨਾਂ ਵਾਸਤੇ ਕਿਉਂ ਨਹੀਂ ਕੀਤਾ? ਇਹ ਤੁਹਾਡਾ ਪਰਸਨਲ ਸੀਗਾ, ਇਹਦਾ ਮਤਲਬ ਕਿਤੇ ਨਾ ਕਿਤੇ ਤੁਹਾਡੇ ਉੱਤੇ ਵੀ ਪਰਚੇ ਸੀਗੇ, ਕਿਤੇ ਨਾ ਕਿਤੇ ਪਰਸਨਲ ਸੀਗਾ ਨਾ, ਇਸ ਕਰਕੇ ਤੁਸੀਂ ਇਹਦੇ ਉੱਤੇ ਜ਼ਿਆਦਾ ਫੋਕਸ ਕੀਤਾ। ਬੰਦੀ ਸਿੰਘ ਤੁਹਾਡੇ ਆਪਣੇ ਪਰਸਨਲ ਨਹੀਂ ਆ, ਉਹ ਕੌਮ ਵਾਸਤੇ ਮਹੱਤਵਤਾ ਨਹੀਂ ਰੱਖਦੇ ਜਾਂ ਉਹਨਾਂ ਦੀਆਂ। ਵੇਖੋ ਮੈਂ ਉੱਥੇ ਗਈ ਕਿਉਂਕਿ ਇਨਹਿਊਮਨ ਐਕਟੀਵਿਟੀ ਸੀਗੀ, ਕਿਸੇ ਦੀ ਸਜ਼ਾ ਪੂਰੀ ਹੋ ਗਈ, ਉਹਨੂੰ ਛੱਡਣਾ ਚਾਹੀਦਾ ਆ। ਔਰ ਫਿਰ ਸੰਦੀਪ ਵਾਸਤੇ ਤੁਸੀਂ ਇਹ ਕਿਉਂ ਨਹੀਂ ਸਟੈਂਡ ਲੈਂਦੇ ਪਏ? ਇਹ ਸਾਰੇ ਕੁਐਸਚਨਸ ਲੋਕਾਂ ਨੂੰ ਵੀ ਵੇਖਣੇ ਚਾਹੀਦੇ ਆ, ਉਹਨਾਂ ਨੂੰ ਵੀ ਪੁੱਛਣਾ ਚਾਹੀਦਾ ਆ। ਫਿਰ ਤੁਸੀਂ ਚਾਚਾ ਬਘੇਲ ਸਿੰਘ ਜੀ ਦੇ ਪਿੰਡ ਜਾ ਕੇ ਉਹਨਾਂ ਨੂੰ ਸਰੋਪੇ ਪਾ ਰਹੇ, ਉਹਨਾਂ ਨੇ ਕੌਮ ਵਾਸਤੇ ਬਹੁਤ ਕੁਝ ਕੀਤਾ। ਕੀ ਕੀਤਾ ਉਹਨਾਂ ਨੇ ਕੌਮ ਵਾਸਤੇ? ਅਮਰੀਕਾ ਬੈਠੇ ਇੱਕ ਪੇਜ ਚਲਾ ਰਹੇ ਨੇ ਜਿਹਦੇ ਵਿੱਚ ਧੀਆਂ ਭੈਣਾਂ ਦੀਆਂ ਗਾਲਾਂ ਕੱਢੀਆਂ ਜਾਂਦੀਆਂ ਨੇ। ਕੀ ਗੱਲ ਸਾਡੀ ਗੁਰੂ ਗ੍ਰੰਥ ਸਾਹਿਬ ਇਹ ਸਿਖਾਉਂਦੀ ਆ ਧੀਆਂ ਭੈਣਾਂ ਦੀ ਨੂੰ ਗਾਲਾਂ ਕੱਢੀਆਂ ਜਾਣ? ਇਹ ਤਾਂ ਨਹੀਂ ਸਿਖਾਉਂਦੀ ਮੈਨੂੰ ਲੱਗਦਾ। ਸਾਡੇ ਗੁਰੂ ਸਾਹਿਬ ਤੇ ਗੁਰੂ ਤੇਗ ਬਹਾਦਰ ਜੀ ਨੇ ਦੂਜਿਆਂ ਵਾਸਤੇ ਮਤਲਬ ਆਪਣੇ ਆਪ ਨੂੰ ਕੁਰਬਾਨ ਕਰ ਦਿੱਤਾ। ਸਾਡਾ ਧਰਮ ਤੇ ਇਹ ਸਿਖਾਉਂਦਾ, ਕੁਰਬਾਨੀਆਂ ਸਿਖਾਉਂਦਾ, ਹਲੀਮੀ ਸਿਖਾਉਂਦਾ, ਪਿਆਰ ਕਰਨਾ ਸਿਖਾਉਂਦਾ ਆ। ਇਹ ਤਾਂ ਨਹੀਂ ਸਿਖਾਉਂਦਾ, ਨਫ਼ਰਤ ਨਹੀਂ ਸਿਖਾਉਂਦਾ। ਪਰ ਸੋਨੀਆ ਜੀ ਇੱਕ ਚੀਜ਼ ਇਹਦੇ 'ਚ ਇਹ ਵੀ ਹੈਗੀ, ਜਿਵੇਂ ਪੰਜਾਬ ਦੇ ਡੀਜੀਪੀ ਸ਼੍ਰੀ ਗੌਰਵ ਯਾਦਵ ਜੀ ਨੇ ਕਿਹਾ ਕਿ ਅਸੀਂ ਕਾਰਵਾਈ ਕਰਾਂਗੇ, ਸਾਡੇ ਜਿਹੜੇ ਉੱਥੇ ਪੁਲਿਸ ਮੁਲਾਜ਼ਮ ਸੀਗੇ, ਹਾਇਰ ਅਫੀਸ਼ੀਅਲ ਸੀਗੇ ਉਸ ਮੌਕੇ ਤੇ, ਉਹ ਫੱਟੜ ਹੋਏ ਨੇ। ਲੇਕਿਨ ਅੱਜ ਦੀ ਤਰੀਕ ਦੇ ਵਿੱਚ ਜੇ ਗੱਲ ਕੀਤੀ ਜਾਵੇ ਤੇ ਕੋਈ ਪਰਚਾ ਅੱਜ ਤੱਕ ਦਰਜ ਨਹੀਂ ਹੋਇਆ। ਅੱਜ ਸਵੇਰ ਦੀ ਅਖਬਾਰ ਜਦੋਂ ਤੁਸੀਂ ਪੜ੍ਹਦੇ ਹੋ ਤਾਂ ਉੱਥੇ ਸਾਫ਼ ਸ਼ਬਦਾਂ ਦੇ ਵਿੱਚ ਲਿਖਿਆ ਹੋਇਆ ਕਿ ਹਾਲੇ ਤੱਕ ਕੋਈ ਪਰਚਾ ਦਰਜ ਨਹੀਂ ਹੋਇਆ। ਇਹ ਪੁਲਿਸ ਇੱਕ ਪਾਸੇ ਬਿਆਨ ਦਿੰਦੀ ਕਿ ਹਾਂ ਵੀ ਅਸੀਂ ਕਾਰਵਾਈ ਕਰਾਂਗੇ ਔਰ ਡੀਮੋਰਲਾਈਜ਼ਡ ਫੋਰਸ ਨਹੀਂ ਹੈਗੀ ਆ ਪੰਜਾਬ ਦੀ ਪੁਲਿਸ ਜਿਹੜੀ ਹੈ, ਔਰ ਦੂਜੇ ਪਾਸੇ ਹਾਲੇ ਤੱਕ ਕੋਈ ਕਾਰਵਾਈ ਨਹੀਂ ਹੈਗੀ। ਕੀ ਸਮਝਦੇ ਹੋ, ਪੰਜਾਬ ਦੀ ਪੁਲਿਸ ਘਬਰਾਉਂਦੀ ਹੈ, ਡਰਦੀ ਹੈ, ਖੌਫ ਹੈ, ਜਾਂ ਇੱਕ ਕਲਟ ਫਿਗਰ ਉੱਭਰ ਕੇ ਜਿਵੇਂ ਅੰਮ੍ਰਿਤਪਾਲ ਸਾਹਮਣੇ ਆ ਰਿਹਾ ਲੋਕਾਂ ਦੇ, ਉਹਦੇ ਕਰਕੇ ਇੱਕ ਲੋਕਾਂ ਦੇ ਜਾਂ ਪੰਜਾਬ ਪੁਲਿਸ ਦੇ ਵਿੱਚ ਕੋਈ ਸਵਾਲ ਨੇ ਕਿ ਹਾਂ ਕਰੀਏ ਤੇ ਕਰੀਏ ਕਿਵੇਂ? ਵੇਖੋ ਜੀ ਇਹ ਸਵਾਲ ਨਹੀਂ ਹੋਣੇ ਚਾਹੀਦੇ। ਜਿਵੇਂ ਇੱਕ ਆਰਮੀ ਜਦੋਂ ਬਾਰਡਰਸ ਦੇ ਉੱਤੇ ਲੜਨ ਵਾਸਤੇ ਜਾਂਦੀ ਹੈ ਔਰ ਕਹਿੰਦੇ ਸਿੱਖ ਰੈਜੀਮੈਂਟ ਜਿਹੜਾ ਜਾਂਦਾ ਹੈ ਉਹ ਗੁਰੂ ਸਾਹਿਬ ਦਾ ਓਟ ਆਸਰਾ ਲੈ ਕੇ ਲੜਨ ਲਈ ਜਾਂਦਾ ਹੈ ਅੱਗੇ, ਉਸੇ ਤਰੀਕੇ ਨਾਲ ਜਿਹੜੀ ਸਾਡੀ ਪੁਲਿਸ ਡਿਪਾਰਟਮੈਂਟ ਹੈ ਉਹ ਵੀ ਘਰਾਂ ਦੇ ਵਿੱਚੋਂ ਮੈਨੂੰ ਲੱਗਦਾ ਹੈ ਕਿ ਉਹ ਵੀ ਸਿੱਖ ਕੌਮ ਨੂੰ ਬਿਲੋਂਗ ਕਰਦੇ ਆ, ਪਾਠ ਕਰਕੇ ਘਰੋਂ ਨਿਕਲਦੇ ਨੇ ਇੱਕ ਪ੍ਰਸ਼ਾਸਨ ਨੂੰ, ਡਿਸਿਪਲਿਨ ਨੂੰ ਮੇਨਟੇਨ ਰੱਖਣ ਵਾਸਤੇ, ਠੀਕ ਹੈ। ਔਰ ਉਹਨਾਂ ਨੂੰ ਇਹ ਸਟੈਪ ਲੈਣਾ ਚਾਹੀਦਾ ਆ
ਜਦੋਂ ਇੱਥੇ ਵਾਇਲੈਂਸ ਕ੍ਰੀਏਟ ਹੋਊਗਾ ਐਵੇਂ ਤੇ ਫਿਰ ਕੋਈ ਵੀ ਚੁੱਕ ਕੇ ਮੂੰਹ ਚੁੱਕ ਕੇ ਕੁਝ ਵੀ ਕਰਨਾ ਸ਼ੁਰੂ ਕਰ ਦੂਗਾ ਲਾਅ ਐਂਡ ਆਰਡਰ ਦੇ ਅਗੇਂਸਟ। ਇਹ ਕੋਈ ਤਾਲਿਬਾਨ ਥੋੜਾ ਨਾ ਆ, ਇਹ ਇੱਕ ਡੈਮੋਕ੍ਰੇਟਿਵ ਕੰਟਰੀ ਆ, ਇਹਦੇ ਵਿੱਚ ਸਾਰਿਆਂ ਦਾ ਹੱਕ ਹੈ। ਦਾ ਮਤਲਬ ਇਹ ਨਹੀਂ ਕਿ ਤੁਸੀਂ ਪੁਲਿਸ ਪ੍ਰਸ਼ਾਸਨ ਦੇ ਉੱਤੇ ਧੱਕਾ ਕਰੋਗੇ, ਫਿਰ ਇੱਥੇ ਕੋਈ ਵੀ ਆਪਣੇ ਆਪ ਨੂੰ ਸੇਫ ਮਹਿਸੂਸ ਨਹੀਂ ਕਰੂਗਾ। ਤੁਹਾਨੂੰ ਤਾਲਿਬਾਨ ਦੀ ਫੀਲ ਆ ਰਹੀ ਹੈ? ਓਬਵੀਅਸਲੀ ਆ ਰਹੀ ਹੈ, ਆਂਦੀ ਹੈ। ਜਦੋਂ ਇਹ ਅਜਨਾਲੇ ਵਾਲਾ ਅਸੀਂ ਦੇਖਦੇ ਹਾਂ ਉੱਥੇ ਸਾਨੂੰ ਇਹ ਫੀਲ ਆਉਂਦੀ ਹੈ। ਵੇਖੋ ਅਸੀਂ ਪੰਜਾਬ ਦੇ ਵਿੱਚ ਰਹਿੰਦੇ ਹਾਂ, ਸਾਨੂੰ ਇਹ ਫੀਲ ਆ ਰਹੀ ਹੈ, ਤੇ ਬਾਹਰ ਵਾਲੀਆਂ ਜਿਹੜੀਆਂ ਸਟੇਟਸ ਆ ਉਹਨਾਂ ਨੂੰ ਕੀ ਫੀਲ ਆਉਂਦੀ ਹੋਊਗੀ, ਤੁਸੀਂ ਆਪ ਦੱਸੋ। ਤੁਸੀਂ ਗਾਲਾਂ ਖਾਣ ਲਈ ਤਿਆਰ ਹੋ? ਜਿੱਦਾਂ ਦੇ ਤੁਸੀਂ ਅੱਗੇ ਓਪੀਨੀਅਨਸ ਰੱਖ ਰਹੇ ਹੋ ਆਪਣੀਆਂ, ਥੱਲੇ ਉਹਨੇ ਕਮੈਂਟ ਸੈਕਸ਼ਨ ਭਰ ਦੇਣਾ ਲੋਕਾਂ ਨੇ ਆ ਕੇ। ਵੇਖੋ ਜੀ ਮੇਰੀ ਗੱਲ ਸੁਣੋ, ਇਹੀ ਗੱਲ ਤੇ ਮੈਂ ਕਹਿਣਾ ਚਾਹੁੰਦੀ ਹਾਂ ਵੀ ਜਦੋਂ ਅੰਮ੍ਰਿਤਪਾਲ ਜੀ ਦਾ ਆਈਟੀ ਸੈੱਲ ਉਹਦਾ ਅੰਮ੍ਰਿਤਪਾਲ ਆਈਟੀ ਸੈੱਲ ਚਲਾਉਂਦੇ, ਉਹਨਾਂ ਦਾ ਆਈਟੀ ਸੈੱਲ ਹੈਗੇ ਆ? ਆਫ ਕੋਰਸ ਮੈਂ ਕਿਤੇ ਸੁਣਿਆ ਸੀਗਾ, ਕਿਉਂਕਿ ਅੱਜ ਤੱਕ ਅਸੀਂ ਪੋਲੀਟੀਕਲ ਪਾਰਟੀਆਂ ਦੇ ਤੋਂ ਸੁਣਦੇ ਆਏ ਹਾਂ ਆਈਟੀ ਸੈੱਲ। ਸੁਣਿਆ ਸੀਗਾ ਵੀ ਉਹ ਕਹਿੰਦੇ ਵੀ ਵਿਅਕਤੀਗਤ ਰੂਪ ਦੇ ਵਿੱਚ ਲੜਨ ਦਾ ਇਹ ਅੱਜ ਕੱਲ ਦਾ ਜ਼ਮਾਨਾ ਨਹੀਂ ਹੈਗਾ, ਇਹ ਆਈਟੀ ਸੈੱਲ ਦੇ ਥਰੂ ਮਾਰਨ ਵਾਲਾ ਜ਼ਮਾਨਾ ਹੈ। ਤੇ ਇਹ ਗੱਲਾਂ ਹੁੰਦੀਆਂ ਨਹੀਂ ਗੀਆਂ, ਇਹ ਕਿਸਾਨ ਅੰਦੋਲਨ ਦੀਆਂ ਸ਼ੁਰੂ ਹੋਈਆਂ ਨੇ। ਮੈਨੂੰ ਤੇ ਉਦੋਂ ਦੀਆਂ ਧਮਕੀਆਂ ਆਉਂਦੀਆਂ ਸੀਗੀਆਂ ਕਿ ਬੀਬਾ ਹਟ ਜਾ ਪਿੱਛੇ, ਨਹੀਂ ਤੇ ਤੇਰਾ ਇਹੋ ਜਿਹਾ ਹਾਲ ਕਰਾਂਗੇ ਕਿ ਤੈਨੂੰ ਜੀਣ ਜੋਗਾ ਨਹੀਂ ਛੱਡਾਂਗੇ। ਤੇ ਜੋ ਕਰਨਾ ਸੀਗਾ ਕਰ ਲਿਆ ਮੇਰਾ, ਹੋਰ ਕੀ ਕਰਨਗੇ। ਮੇਰੇ ਪਿਓ ਨੂੰ ਨਹੀਂ ਛੱਡਿਆ, ਮੈਨੂੰ ਨਹੀਂ ਛੱਡਿਆ। ਅਸਲੀਅਤ ਤੇ ਉਹ ਹੈਗੀ ਆ ਨਾ, ਉਸ ਅਕਾਲ ਪੁਰਖ ਦੀ ਅਦਾਲਤ ਦੇ ਵਿੱਚ ਕੋਈ ਆਈਟੀ ਸੈੱਲ ਨਹੀਂ ਚੱਲਣਾ, ਕੋਈ ਫੇਕ ਆਈਡੀਆ ਨਹੀਂ ਚੱਲਣੀਆਂ। ਤੁਹਾਡੇ ਕਹਿਣ ਦਾ ਭਾਵ ਇਹ ਕੱਢਿਆ ਜਾ ਸਕਦਾ ਹੈ ਕਿ ਪਹਿਲਾਂ ਸੋਨੀਆ ਮਾਨ ਦੇ ਪਿੱਛੇ ਪੋਲੀਟੀਕਲ ਪਾਰਟੀ ਦੇ ਆਈਟੀ ਸੈੱਲ ਸੀਗੇ ਤੇ ਹੁਣ ਸੋਨੀਆ ਮਾਨ ਦੇ ਪਿੱਛੇ ਅੰਮ੍ਰਿਤਪਾਲ ਦੇ ਆਈਟੀ ਸੈੱਲ ਨੇ? ਦੇਖੋ ਜੀ ਮੇਰੇ ਪਿੱਛੇ ਪਹਿਲਾਂ ਤੋਂ ਹੀ ਇਹਨਾਂ ਦੇ ਸੀਗੇ। ਪੋਲੀਟੀਕਲ ਪਾਰਟੀਆਂ ਨੂੰ ਮੇਰੇ ਨਾਲ ਕੀ ਹੋ ਸਕਦਾ, ਕਿਉਂਕਿ ਪੋਲੀਟੀਕਲ ਪਾਰਟੀ ਦੇ ਵਿੱਚ ਨਾ ਮੈਂ ਕਿਸੇ ਪੋਲੀਟੀਕਲ ਪਾਰਟੀ 'ਚ ਹੈਗੀ ਆ ਰਾਈਟ ਨਾਓ, ਠੀਕ ਆ ਨਾ ਮੈਂ ਕਿਸਾਨ ਅੰਦੋਲਨ ਦੇ ਦੌਰਾਨ ਸੀਗੀ। ਉਦੋਂ ਵੀ ਪੋਲੀਟੀਕਲ ਪਾਰਟੀਆਂ ਨੇ ਮੇਰੇ ਖਿਲਾਫ ਕੀ ਬੋਲਣਾ ਸੀਗਾ, ਉਦੋਂ ਵੀ ਇਹੀ ਬੋਲ ਰਹੇ ਸੀਗੇ, ਇਹੀ ਸਭ ਕੁਝ ਕਰ ਰਹੇ ਸੀਗੇ, ਤੇ ਹੁਣ ਵੀ ਇਹੀ ਬੋਲ ਰਹੇ ਨੇ। ਤੇ ਮੈਨੂੰ ਨਹੀਂ ਡਰ ਲੱਗਦਾ ਕਿਸੇ ਵੀ ਗੱਲ ਦਾ। ਮੈਂ ਉਸ ਅਕਾਲ ਪੁਰਖ ਨੂੰ ਜਾਣ ਦੇਣੀ ਹੈ, ਮੈਂ ਤੇ ਸੱਚ ਦਾ ਸਾਥ ਦਊਂਗੀ ਔਰ ਸੱਚ ਬੋਲੂੰਗੀ ਹਮੇਸ਼ਾ, ਕਿਉਂਕਿ ਉਸ ਕਟਹਿਰੇ ਦੇ ਵਿੱਚ ਤੇ ਉਹ ਹੀ ਆਪੇ ਫੈਸਲਾ ਕਰੂਗਾ। ਉੱਥੇ ਤੇ ਇਹ ਸਾਰਾ ਝੂਠ ਸੱਚ ਤੇ ਆਪੇ ਨਤਾਰਾ ਹੋ ਹੀ ਜਾਣਾ ਆ। ਕੀ ਲੱਗਦਾ ਤੁਹਾਨੂੰ ਅੰਮ੍ਰਿਤਪਾਲ ਜਿਸ ਤਰੀਕੇ ਦੇ ਨਾਲ ਇੱਕ ਡਾਇਰੈਕਸ਼ਨ ਦੇ ਤਹਿਤ ਚੱਲਦੇ ਪਏ ਆ, ਕੀ ਲੱਗਦਾ ਪੰਜਾਬ ਕਿਹੜੇ ਹੋਰ ਖਮਿਆਜ਼ੇ ਭੁਗਤਣ ਲਈ ਤਿਆਰ ਹੈ? ਵੇਖੋ ਜੀ ਮੈਂ ਇੱਕ ਗੱਲ ਕਹਿਣਾ ਚਾਹੁੰਦੀ ਹਾਂ ਪੰਜਾਬ ਨੂੰ, ਪੰਜਾਬ ਦੇ ਵਾਸੀਆਂ ਨੂੰ, ਵੀ ਉਹਨਾਂ ਨੂੰ ਥੋੜ੍ਹਾ ਜਿਹਾ ਆਪਣਾ ਬ੍ਰੇਨ ਓਪਨ ਕਰਕੇ ਗੱਲ ਕਰਨੀ ਚਾਹੀਦੀ ਆ, ਗੱਲ ਸੋਚਣੀ ਵੀ ਚਾਹੀਦੀ ਆ, ਹੈ ਨਾ। ਵੀ ਜੇ ਆਪਾਂ ਆਪਣੇ ਧਰਮ ਦੇ ਉੱਤੇ ਚੱਲਣਾ ਆ, ਆਪਣੇ ਧਰਮ ਨੂੰ ਲੈ ਕੇ ਚੱਲਣਾ ਆ, ਤੇ ਆਪਾਂ ਨੂੰ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਜੋ ਲਿਖਿਆ ਆ ਉਸ ਦੇ ਉੱਤੇ ਅਮਲ ਕਰਨਾ ਚਾਹੀਦਾ ਆ। ਜੋ ਸਾਡੇ ਗੁਰੂ ਨਾਨਕ ਦੇਵ ਜੀ ਨੇ ਕਿਹਾ ਆ, ਕਿਰਤ ਕਰੋ ਵੰਡ ਕੇ ਛਕੋ, ਜੋ ਸਾਡੇ ਗੁਰੂਆਂ ਨੇ ਕਿਹਾ ਆ, ਸਾਨੂੰ ਆਪਣੀ ਗੁਰੂਆਂ ਦੀ ਬਾਣੀ ਦੇ ਉੱਤੇ ਚੱਲਣਾ ਚਾਹੀਦਾ ਆ, ਉਹਨਾਂ ਦੇ ਪੂਰਨਿਆਂ 'ਤੇ ਚੱਲਣਾ ਚਾਹੀਦਾ ਆ। ਸਾਨੂੰ ਕਿਸੇ ਇਨਸਾਨ ਜਿਹੜਾ ਅੱਜ ਉੱਠਿਆ ਆ ਜਿਹਦੇ ਬਾਰੇ ਸਾਨੂੰ ਕੁਝ ਪਤਾ ਨਹੀਂ ਆ, ਹਾਂ ਅੰਮ੍ਰਿਤ ਛਕੋ ਵਧੀਆ ਗੱਲ ਆ, ਮੈਂ ਵੀ ਕਹਿੰਦੀ ਅੰਮ੍ਰਿਤ ਛਕੋ, ਨਸ਼ਾ ਛੱਡੋ ਵਧੀਆ ਗੱਲ ਆ, ਇਹ ਕਰਨਾ ਚਾਹੀਦਾ। ਬਟ ਹੋਰ ਸਾਰੀਆਂ ਐਕਟੀਵਿਟੀਜ਼ ਜਿਹਨੂੰ ਤੁਸੀਂ ਕਹੋ ਵੀ ਜਿਹਦੇ ਨਾਲ ਆ ਮਾਹੌਲ ਖਰਾਬ ਹੋਵੇ ਪੰਜਾਬ ਦਾ, ਉਹ ਨਹੀਂ ਕਰਨਾ ਚਾਹੀਦਾ ਹੈਗਾ। ਜੇ ਕਿਸੇ ਨੇ ਅਮਲੀ ਤੌਰ ਦੇ ਉੱਤੇ ਸਿੱਖ ਬਣਨਾ ਆ ਜਾਂ ਕੋਈ ਅੰਮ੍ਰਿਤ ਛਕਣਾ ਚਾਹੁੰਦਾ ਹੈ, ਤੇ ਉਹ ਗੋਲਡਨ ਟੈਂਪਲ ਅਕਾਲ ਤਖਤ 'ਤੇ ਜਾ ਕੇ ਖੁਦ ਵੀ ਅੰਮ੍ਰਿਤ ਛਕੇ ਜਾ ਕੇ, ਜਦੋਂ ਤੱਕ ਤੁਹਾਡੇ ਅੰਦਰੋਂ ਨਹੀਂ ਆਉਂਦਾ। ਮੈਨੂੰ ਲੱਗਦਾ ਅੰਮ੍ਰਿਤ ਪਹਿਲੋਂ ਅੰਦਰੋਂ ਛਕਣਾ ਚਾਹੀਦਾ ਆ। ਆਪਾਂ ਨੂੰ ਨਿੰਦਿਆ ਚੁਗਲੀ ਹਉਮੈ ਜਿਹੜਾ ਇੱਕ ਅੰਦਰ ਇੰਨੀ ਕੂਟ ਕੇ ਜਿਹੜਾ ਭਰਿਆ ਹੁੰਦਾ ਕਿਸੇ ਦੇ ਅੰਦਰ, ਗੁੱਸਾ ਆਕੜ, ਇਹ ਤਾਂ ਨਹੀਂ ਹੋਣੀ ਚਾਹੀਦੀ। ਇਹ ਸਾਰੀਆਂ ਚੀਜ਼ਾਂ ਤੇ ਬਹੁਤ ਦੂਰ ਆ ਅੰਮ੍ਰਿਤ ਬਾਣੀ ਤੋਂ। ਤੁਹਾਨੂੰ ਲੱਗਦਾ ਹੈ ਕਿ ਪੰਜਾਬ ਦੀ ਪੁਲਿਸ ਨੂੰ ਕੋਈ ਐਗਜ਼ਾਮਪਲ ਸੈੱਟ ਕਰਨਾ ਪਏਗਾ ਜੋ ਕੁਛ ਅਜਨਾਲੇ ਦੇ ਵਿੱਚ ਵਾਪਰਿਆ, ਕਿਉਂਕਿ ਇੱਦਾਂ ਦੇ ਇਨਸੀਡੈਂਟਸ ਤਾਂ ਫਿਰ ਵੀ ਆਪਣੀ ਥਾਂ ਲੈ ਸਕਦੇ ਆ ਜੇ ਕੋਈ ਇੱਕ ਲੈਸਨ ਨਾ ਦਿੱਤਾ ਗਿਆ। ਤੁਹਾਨੂੰ ਲੱਗਦਾ ਕਿ ਇੱਕ ਲੈਸਨ ਦੇਣਾ ਚਾਹੀਦਾ ਔਰ ਇੱਕ ਪਿਓਰ ਮੈਸੇਜ ਜਾਣਾ ਚਾਹੀਦਾ ਲੋਕਾਂ ਦੇ ਵਿੱਚ ਵੀ ਕਿ ਕਾਨੂੰਨ ਨੂੰ ਕੋਈ ਹੱਥ ਦੇ ਵਿੱਚ ਨਹੀਂ ਲੈ ਸਕਦਾ। ਉਹਦੇ ਲਈ ਮਾਣਯੋਗ ਕੋਰਟਾਂ ਬਣੀਆਂ ਹੋਈਆਂ ਨੇ, ਪੁਲਿਸ ਨੇ ਕੁਝ ਵੀ ਕੀਤਾ ਹੈਗਾ, ਤੁਸੀਂ ਕੋਰਟਾਂ ਦਾ ਰੁਖ ਕਰ ਸਕਦੇ ਹੋ। ਤੁਹਾਨੂੰ ਲੱਗਦਾ ਕਿ ਲੈਣਾ ਚਾਹੀਦਾ ਸਟੈਪ? ਆਫ ਕੋਰਸ ਲੈਣਾ ਚਾਹੀਦਾ ਆ। ਪੰਜਾਬ ਪੁਲਿਸ ਨੂੰ ਐਕਸ਼ਨ ਲੈਣਾ ਚਾਹੀਦਾ, ਭਗਵੰਤ ਮਾਨ ਜੀ ਨੂੰ ਐਕਸ਼ਨ ਲੈਣਾ ਚਾਹੀਦਾ ਹੈ। ਪੰਜਾਬ ਦਾ ਜਿਹੜੇ ਲੋਕੀ ਬਾਹਰੋਂ ਵੀ ਆ ਕੇ ਇੱਥੇ ਰਹਿ ਰਹੇ ਨੇ, ਜਿਹੜਾ ਉਹਨਾਂ ਦੇ ਵਿੱਚ ਡਰ ਹੈ, ਖੌਫ ਹੈ, ਉਸ ਨੂੰ ਦੂਰ ਕਰਨਾ ਚਾਹੀਦਾ ਹੈ। ਆਪਾਂ ਭਾਈ ਅੰਮ੍ਰਿਤਪਾਲ ਜੀ ਨੂੰ ਇਹ ਮਨਾ ਨਹੀਂ ਕਰਦੇ ਵੀ ਤੁਸੀਂ ਅੰਮ੍ਰਿਤ ਨਾ ਛਕਾਓ ਜਾਂ ਫਿਰ ਤੁਸੀਂ ਨਸ਼ਾ ਮੁਹਿੰਮ ਨਾ ਚਲਾਓ। ਬਹੁਤ ਵਧੀਆ ਕੰਮ ਕਰ ਰਹੇ ਨੇ, ਉਹ ਕਰਨ, ਬਟ ਇਹ ਜਿਹਾ ਇਨਡਿਸਿਪਲਿਨ ਕ੍ਰੀਏਟ ਨਾ ਕਰਨ, ਲਾਅ ਐਂਡ ਆਰਡਰ ਨੂੰ ਹੱਥ 'ਚ ਨਾ ਲੈਣ। ਉਹ ਗਲਤ ਗੱਲ ਆ, ਉਹ ਨਹੀਂ ਲੈਣੀ ਚਾਹੀਦੀ। ਆਪਾਂ ਕਿਹੜੇ ਖਿਲਾਫ ਹਾਂ? ਅਸੀਂ ਖੁਦ ਵੀ ਸਿੱਖ ਹਾਂ, ਅਸੀਂ ਖੁਦ ਪਾਠ ਕਰਦੇ ਹਾਂ, ਅਸੀਂ ਖੁਦ ਗੁਰਦੁਆਰਾ ਸਾਹਿਬ ਜਾਂਦੇ ਹਾਂ,
ਸਾਰੇ ਜਾਣਦੇ ਆ। ਅਸੀਂ ਇਸ ਚੀਜ਼ ਵਾਸਤੇ ਨਾਲ ਆ, ਬਟ ਕਮ ਸੇ ਕਮ ਲਾਅ ਐਂਡ ਆਰਡਰ ਨੂੰ ਆਪਣੇ ਹੱਥ 'ਚ ਨਹੀਂ ਲੈਣਾ ਚਾਹੀਦਾ। ਗੁਲਾਮ ਮੰਨਦੇ ਹੋ ਤੁਸੀਂ ਆਪਣੇ ਆਪ ਨੂੰ? ਕਿਉਂਕਿ ਵਾਰ-ਵਾਰ ਇੱਕ ਜ਼ਿਕਰ ਛਿੜਦਾ ਹੈਗਾ ਕਿ ਸਿੱਖ ਗੁਲਾਮ ਨੇ, ਗੁਲਾਮ ਨੇ। ਤੁਸੀਂ ਆਪਣੇ ਆਪ ਨੂੰ ਗੁਲਾਮ ਮੰਨਦੇ ਹੋ? ਵੇਖੋ ਜੀ, ਆਪਾਂ ਦੇ ਗੁਲਾਮ ਨਹੀਂ ਆ, ਅਸੀਂ ਡੈਮੋਕ੍ਰੇਟਿਕ ਕੰਟਰੀ 'ਚ ਰਹਿ ਰਹੇ ਹਾਂ। ਜੋ ਸਾਡਾ ਜੀ ਕਰਦਾ ਉਹ ਅਸੀਂ ਕਰਦੇ ਹਾਂ। ਅਸੀਂ ਤੇ ਗੁਲਾਮ ਨਹੀਂ ਹੈਗੇ। ਪਰ ਜੋ ਕੁਛ ਇੱਥੇ ਹੋ ਰਿਹਾ ਹੈ ਨਾ, ਉਹਦਾ ਸਾਰਾ ਖਾਮਿਆਜਾ ਪਤਾ ਕਿਹਨਾਂ ਨੂੰ ਭੁਗਤਣਾ ਪੈਂਦਾ? ਯੂਪੀ ਦੇ ਵਿੱਚ ਜਿਹੜੇ ਸਾਡੇ ਸਿੱਖ ਬੈਠੇ ਨੇ ਉਹਨਾਂ ਨੂੰ, ਉਹ ਡੇਰਿਆਂ ਦੇ ਉੱਤੇ ਜਿਹੜੇ ਬੈਠੇ ਨੇ ਉਹਨਾਂ ਨੂੰ। ਉਹਨਾਂ ਦੇ ਜਦੋਂ ਸਾਨੂੰ ਫੋਨ ਆਉਂਦੇ ਨੇ, ਉਹ ਕਹਿੰਦੇ ਅਸੀਂ ਬਹੁਤ ਘੱਟ ਗਿਣਤੀ 'ਚ ਹਾਂ। ਜੋ ਗੱਲਾਂ ਇੱਥੇ ਵਾਪਰਦੀਆਂ ਉਹਨਾਂ ਨੂੰ ਸਭ ਤੋਂ ਜ਼ਿਆਦਾ ਖਾਮਿਆਜਾ ਉਹਨਾਂ ਨੂੰ ਭੁਗਤਣਾ ਪੈਂਦਾ ਆ ਉੱਥੇ। ਸੋ ਆਪਾਂ ਨੂੰ ਬਹੁਤ ਸੋਚ ਸਮਝ ਕੇ ਕਿਸੇ ਵੀ ਤਰੀਕੇ ਦੀ ਗੱਲ ਕਰਨੀ ਚਾਹੀਦੀ ਹੈ ਕਿ ਦੂਜੇ ਲੋਕਾਂ ਨੂੰ ਇਹਦਾ ਖਾਮਿਆਜਾ ਨਾ ਭੁਗਤਣਾ ਪਵੇ, ਬਾਕੀ ਸਟੇਟਾਂ ਦੇ ਵਿੱਚ ਜਿਹੜੇ ਬੈਠੇ ਨੇ। ਤੁਹਾਨੂੰ ਲੱਗਦਾ ਜਿਵੇਂ ਬਹੁਤ ਸਾਰੇ ਲੋਕ ਖਾਲਿਸਤਾਨ ਦੇ ਬਾਰੇ ਕਮੈਂਟਸ ਵੀ ਕਰਦੇ ਹੈਗੇ, ਥੱਲੇ ਆਣਗੇ ਵੀ, ਔਰ ਉਹ ਕਹਿੰਦੇ ਹੈਗੇ ਇੱਕੋ ਇੱਕ ਸੁਧਾਰ ਦਾ ਜਿਹੜਾ ਰਸਤਾ ਹੈਗਾ ਉਹੀ ਹੈ ਖਾਲਿਸਤਾਨ। ਤੁਹਾਨੂੰ ਲੱਗਦਾ ਕਿ ਇਹ ਹੋਣਾ ਚਾਹੀਦਾ ਜਾਂ ਔਰ ਜੇ ਇਹ ਹੋਏਗਾ ਤੇ ਉਹਦੇ ਵਿੱਚ ਹਾਲਾਤ ਕਿਸ ਤਰੀਕੇ ਦੇ ਹੋਣਗੇ? ਜਿਵੇਂ ਪਹਿਲੇ ਕਿਹਾ ਜਿਵੇਂ ਤੁਹਾਨੂੰ ਹੁਣ ਇੱਕ ਇੱਕ ਜਿਹੜਾ ਤਬਕਾ ਹੈਗਾ ਤੁਹਾਡੇ ਕਮੈਂਟ ਸੈਕਸ਼ਨ ਦੇ ਵਿੱਚ ਆ ਕੇ ਤੁਹਾਨੂੰ ਚੀਜ਼ਾਂ ਕਹੇਗਾ, ਤੁਹਾਨੂੰ ਲੱਗਦਾ ਕਿ ਇਹ ਜਿਹੜਾ ਹੈਗਾ ਉੱਥੇ ਇੱਕ ਡਰ ਦਾ ਮਾਹੌਲ, ਇੱਕ ਖੌਫ ਜ਼ਿਆਦਾ, ਜੇ ਇਸੇ ਤਰੀਕੇ ਦੇ ਨਾਲ ਇੱਕ ਡਿਕਟੇਟੋਰੀਅਲ ਤਰੀਕੇ ਦੇ ਨਾਲ ਚੀਜ਼ਾਂ ਚੱਲਣਗੀਆਂ ਤੇ ਇਹ ਚੀਜ਼ਾਂ ਤੇ ਉਹ ਤੋਂ ਬਾਅਦ ਵੀ ਹੋਣਗੀਆਂ? ਵੇਖੋ, ਕੱਟੜਤਾ ਕਿਸੇ ਵੀ ਚੀਜ਼ ਲਈ ਗਲਤ ਆ। ਕੱਟੜਤਾ ਜ਼ਿਆਦਾ ਨਹੀਂ ਹੋਣੀ ਚਾਹੀਦੀ। ਧਰਮ ਪਿਆਰ, ਹਲੀਮੀ ਤੇ ਸਾਂਝ ਸਿਖਾਉਂਦਾ ਆ। ਜਿੱਥੋਂ ਤੱਕ ਮੈਂ ਗੁਰਬਾਣੀ ਵਿੱਚ ਪੜ੍ਹਿਆ ਆ, ਜਿੱਥੋਂ ਤੱਕ ਮੈਂ ਗੁਰਬਾਣੀ ਸਮਝਦੀ ਹਾਂ, ਮੈਂ ਪਹਿਲਾਂ ਵੀ ਤੁਹਾਨੂੰ ਕਿਹਾ, ਜੇ ਮੈਂ ਖਾਲਸਾ ਰਾਜ ਚਾਹੂੰਗੀ ਤੇ ਮਹਾਰਾਜਾ ਰਣਜੀਤ ਸਿੰਘ ਵਾਲਾ ਚਾਹੂੰਗੀ, ਜਿਸ 'ਚ ਕੋਈ ਕੱਟੜਤਾ ਨਹੀਂ ਸੀਗੀ, ਜਿੱਥੇ ਐਜੂਕੇਸ਼ਨ ਨੂੰ ਮਹੱਤਵਤਾ ਦਿੱਤੀ ਜਾਂਦੀ ਸੀਗੀ, ਜਿੱਥੇ ਇਕੁਅਲੀ ਟਰੀਟ ਕੀਤਾ ਜਾਂਦਾ ਸੀਗਾ, ਕੋਈ ਭੁੱਖਾ ਨਹੀਂ ਮਰਦਾ ਸੀਗਾ। ਮੈਂ ਉਹੋ ਜਿਹਾ ਰਾਜ ਚਾਹੂੰਗੀ। ਤੇ ਮੈਂ ਇਹ ਨਹੀਂ ਸਮਝਦੀ ਕਿ ਡੈਮੋਕ੍ਰੇਟਿਕ ਕੰਟਰੀ ਦੇ ਵਿੱਚ ਉਹ ਵੀ ਸਰਕਾਰਾਂ ਆਉਂਦੀਆਂ ਨੇ, ਕਦੀ ਕਾਂਗਰਸ ਆ ਜਾਂਦੀ ਹੈ, ਆਪਣੇ ਲੋਕੀ ਜਿਤਾਉਂਦੇ ਆ, ਕਦੀ ਅਕਾਲੀ ਦਲ ਆ ਜਾਂਦੀ, ਕਦੀ ਆਮ ਆਦਮੀ ਪਾਰਟੀ ਆ ਜਾਂਦੀ ਹੈ। ਇਹ ਤੇ ਆਪਾਂ ਨੂੰ ਪਛਾਣਨ ਦੀ ਲੋੜ ਹੈ ਕਿ ਆਪਣੇ ਵਾਸਤੇ ਮਹਾਰਾਜਾ ਰਣਜੀਤ ਸਿੰਘ ਕੌਣ ਹੈ। ਤੇ ਹੁਣ ਵੀ ਤੇ ਖਾਲਸਾ ਰਾਜ ਮੈਂ ਤੇ ਕਹਿੰਦੀ ਬਣ ਹੀ ਸਕਦਾ। ਇਹ ਜ਼ਰੂਰੀ ਥੋੜ੍ਹਾ ਅਲੱਗ ਕੰਟਰੀ ਬਣਾ ਕੇ ਬਣੂਗਾ। ਇਹ ਤੇ ਆਪਾਂ ਸਰਕਾਰਾਂ ਚੁਣ ਕੇ ਵੀ ਬਣਾ ਸਕਦੇ ਹਾਂ, ਆਪਣਾ ਸਹੀ ਉਮੀਦਵਾਰ ਚੁਣ ਕੇ ਵੀ ਬਣਾ ਸਕਦੇ ਹਾਂ। ਪੈਸੇ ਪਿੱਛੇ ਨਾ ਵਿਕੀਏ, ਨਾ ਸ਼ਰਾਬਾਂ ਲਈਏ, ਪਿੰਡਾਂ ਦੇ ਵਿੱਚ ਵੋਟ ਆਪਣੀ ਸੋਚ ਸਮਝ ਕੇ ਪਾਈਏ ਐਜੂਕੇਸ਼ਨ ਸਿਸਟਮ ਨੂੰ ਇੰਪਰੂਵ ਕਰਨ ਵਾਸਤੇ। ਇਹ ਤੇ ਆਪਣੇ ਲੋਕਾਂ ਦੇ ਹੱਥ ਦੇ ਵਿੱਚ ਹੈ ਨਾ। ਡੈਮੋਕ੍ਰੇਟਿਕ ਕੰਟਰੀ 'ਚ ਰਾਈਟ ਟੂ ਵੋਟ ਤੇ ਸਾਰਿਆਂ ਦੇ ਹੱਕ ਦੇ ਵਿੱਚ ਹੈਗਾ ਆ। ਇਸ ਵਾਰੀ ਜਦੋਂ ਕਿਸਾਨ ਅੰਦੋਲਨ ਤੋਂ ਬਾਅਦ ਪੰਜਾਬ ਦੇ ਲੋਕਾਂ ਨੇ ਇੱਕ ਵਿਖਾਇਆ ਹੀ ਹੈ ਨਾ, ਪਿਛਲੇ ਕਿੰਨੇ ਸਾਲਾਂ ਤੋਂ 2 ਸਰਕਾਰਾਂ ਆ ਰਹੀਆਂ ਸੀਗੀਆਂ, ਤੀਜੀ ਸਰਕਾਰ ਨੂੰ ਮੌਕਾ ਦਿੱਤਾ ਹੀ ਹੈ ਨਾ। ਤੇ ਪੰਜਾਬ ਦੀ ਸਰਕਾਰ, ਜਿਹੜੇ ਪੰਜਾਬ ਦੇ ਲੋਕਾਂ ਨੇ, ਇਹ ਡੈਮੋਕ੍ਰੇਟਿਕ ਕੰਟਰੀ ਦਾ ਹੀ ਹੱਕ ਹੈ ਰਾਈਟ ਟੂ ਵੋਟ। ਆਪੇ ਐਮਐਲਏ ਜਿਤਾਏ ਉਹਨਾਂ ਨੇ, ਆਪੇ ਸਰਪੰਚ ਬਣਾਉਂਦੇ ਨੇ, ਆਪੇ ਇੱਥੇ ਐਮਪੀ ਬਣਦੇ ਨੇ, ਵੋਟਾਂ ਦੇ ਨਾਲ ਹੀ ਬਣਦੇ ਨੇ। ਉਵੇਂ ਤਾਂ ਨਹੀਂ ਕੋਈ ਬਿਠਾ ਦਿੱਤਾ ਜਾਂਦਾ ਕੋਈ ਡਿਕਟੇਟਰਸ਼ਿਪ ਦੇ ਨਾਲ। ਤੇ ਫਿਰ ਜੇ ਲੋਕੀ ਚਾਹਣਗੇ ਤੇ ਮਹਾਰਾਜਾ ਰਣਜੀਤ ਸਿੰਘ ਵਰਗਾ ਰਾਜ ਵੀ ਆਪੇ ਖੜਾ ਕਰ ਸਕਦੇ ਨੇ। ਇਮਾਨਦਾਰੀ ਤੇ ਲੋਕਾਂ ਦੇ ਵਿੱਚ ਹੋਣੀ ਚਾਹੀਦੀ ਹੈ ਗਰਾਊਂਡ ਲੈਵਲ ਦੇ ਉੱਤੇ। ਇੱਕ ਚੀਜ਼ ਦੱਸੋ, ਅਸੀਂ ਜਦੋਂ ਬਾਹਰ ਲੋਕਾਂ ਦੇ ਨਾਲ ਪਬਲਿਕ ਓਪੀਨੀਅਨ ਕਰਨ ਜਾਂਦੇ ਹਾਂ ਤਾਂ ਜਦੋਂ ਅਸੀਂ ਅੰਮ੍ਰਿਤਪਾਲ ਬਾਰੇ ਪੁੱਛਦੇ ਹਾਂ, ਬਹੁਤ ਸਾਰੇ ਲੋਕ ਕਮੈਂਟ ਸੈਕਸ਼ਨ 'ਚ ਵੀ ਕਹਿੰਦੇ, ਔਨ ਕੈਮਰਾ ਵੀ ਉਹਨਾਂ ਨੇ ਕਿਹਾ ਕਿ ਸੰਤ ਜਰਨੈਲ ਸਿੰਘ ਭਿੰਡਰਾਂ ਵਾਲਿਆਂ ਦੇ ਨਾਲ ਉਹਨਾਂ ਦਾ ਮੜੰਗਾ ਪੈਂਦਾ ਭਾਈ ਅੰਮ੍ਰਿਤਪਾਲ ਦਾ। ਤੁਹਾਡਾ ਇੱਥੇ ਕੀ ਟੇਕ ਹੈ? ਵੇਖੋ ਜੀ, ਸੰਤਾਂ ਦੀ ਕੰਪੈਰੀਜ਼ਨ ਨਹੀਂ ਕਰ ਸਕਦੇ ਆਪਾਂ ਉਹਨਾਂ ਦੇ ਨਾਲ, ਠੀਕ ਹੈ। ਜਿੰਨਾ ਕੁ ਮੈਂ ਉਹਨਾਂ ਬਾਰੇ ਮੈਂ ਉਹਨਾਂ ਨੂੰ ਮਿਲੀ ਨਹੀਂ, ਬਟ ਮੇਰੇ ਮਾਸਟਰ ਜੀ ਜਿੰਨਾ ਕੁ ਮੈਨੂੰ ਦੱਸਦੇ ਨੇ, ਕਿਉਂਕਿ ਮੇਰੇ ਮਾਸਟਰ ਜੀ ਮੇਜਰ ਜਨਰਲ ਸ਼ਬੇਕ ਸਿੰਘ ਦੇ ਬ੍ਰਦਰ, ਉਹ ਉਹਨਾਂ ਦੇ ਨਾਲ ਰਹੇ ਨੇ। ਮੇਜਰ ਜਨਰਲ ਸ਼ਬੇਕ ਸਿੰਘ ਉਹਨਾਂ ਦੇ ਨਾਲ ਰਹੇ ਨੇ ਔਰ ਸਾਡੇ ਘਰ ਆਉਣਾ ਜਾਣਾ ਸੀਗਾ ਉਹਨਾਂ ਦਾ। ਜਿੰਨਾ ਕੁ ਮੈਂ ਜਾਣਦੀ ਹਾਂ, ਉਹ ਇੱਕ ਬਹੁਤ ਹੀ ਚੰਗੇ ਇਨਸਾਨ ਸੀਗੇ, ਸਾਫ਼ ਦਿਲ ਦੇ ਇਨਸਾਨ ਸੀਗੇ, ਗੁਰਬਾਣੀ ਪੜ੍ਹਦੇ ਸੀਗੇ, ਕੰਠ ਉਹਨਾਂ ਨੂੰ ਮੂੰਹ ਜ਼ਬਾਨੀ ਯਾਦ ਸੀਗੇ, ਧੀਆਂ ਭੈਣਾਂ ਦੀ ਇੱਜ਼ਤ ਕਰਦੇ ਸੀਗੇ, ਧੀਆਂ ਭੈਣਾਂ ਨੂੰ ਵਸਾਉਣ ਦੀਆਂ ਗੱਲਾਂ ਕਰਦੇ ਸੀਗੇ। ਇਹ ਜਿਹਾ ਕੁਛ ਨਹੀਂ ਕਰਦੇ ਸੀਗੇ ਜਿਹੜਾ ਭਾਈ ਅੰਮ੍ਰਿਤਪਾਲ ਜੀ ਕਰ ਰਹੇ ਨੇ। ਤੁਸੀਂ ਨਹੀਂ ਮੰਨਦੇ ਹੋ ਕਿ ਮਤਲਬ ਕੋਈ ਇੱਕ ਮੜੰਗਾ ਜਿਹੜਾ ਲੋਕੀ ਕਹਿੰਦੇ ਪੈਂਦਾ ਆਪਸ ਦੇ ਵਿੱਚ? ਤੁਸੀਂ ਦੇਖੋ ਜੀ, ਜੇ ਤੁਸੀਂ ਉਹਨਾਂ ਦੀ ਨਕਲ ਕਰੋਗੇ ਤੇ ਤੁਸੀਂ ਉਹਨਾਂ ਵਰਗੇ ਨਹੀਂ ਬਣ ਸਕਦੇ। ਤੁਸੀਂ ਐਕਟਿੰਗ ਕਰ ਸਕਦੇ ਹੋ ਫਿਲਮ ਦੇ ਵਿੱਚ ਜਾ ਕੇ ਐਜ਼ ਐਨ ਐਕਟਰ, ਬਟ ਤੁਸੀਂ ਉਹਨਾਂ ਦੀ ਸ਼ਖਸੀਅਤ ਨਹੀਂ ਕੈਰੀ ਕਰ ਸਕਦੇ। ਉਹਨਾਂ ਵਰਗਾ ਕੋਈ ਨਹੀਂ ਬਣ ਸਕਦਾ ਤੇ ਨਾ ਉਹ ਹੈਗੇ ਨੇ। ਉਹ ਬਹੁਤ ਬਹੁਤ ਸ਼ੁਕਰੀਆ ਮੈਮ ਵਕਤ ਦੇਣ ਦੇ ਲਈ। ਦੋਸਤੋ, ਇਹ ਸੀਗੇ ਸੋਨੀਆ ਮੈਮ। ਇਹਨਾਂ ਦੇ ਨਾਲ ਵਿਚਾਰ ਵਟਾਂਦਰਾ ਕਰਨਾ ਬਹੁਤ ਜ਼ਰੂਰੀ ਸੀਗਾ ਕਿਉਂਕਿ ਕਾਫੀ ਲੰਬੇ ਸਮੇਂ ਤੋਂ ਗੱਲ ਵੀ ਨਹੀਂ ਹੋਈ ਸੀਗੀ ਔਰ ਇਹਨਾਂ ਦਾ ਟੇਕ ਕੀ ਸੀਗਾ ਜੋ ਇਹ ਪੂਰਾ ਬੀਤੇ ਦਿਨਾਂ ਦੇ ਵਿੱਚ ਜੋ ਵੀ ਘਟਨਾ ਵਾਪਰੀਆਂ ਪੰਜਾਬ ਦੇ ਵਿੱਚ। ਕੈਮਰੇ ਦੇ ਪਿੱਛੇ ਸਾਦਰ ਸੀਗੇ ਸੁਖਵਿੰਦਰ, ਮੈਂ ਲੰਕੇਸ਼ ਤਰਖਾ, ਰੋਜ਼ਾਨਾ ਸਪੋਕਸਮੈਨ ਦੇ ਲਈ।